जिसमें अमृत ज्ञान है, मानक भगत वैराग। गुरु ग्रंथ साहिब उदद, बंदों कर अनुराग। गुरु ग्रंथ साहिब उदद, बंदों कर अनुराग। सतनाम श्री वाहिगुरु साहिब जीओ। चौपाई इसी पात सिंह दुख को सहे, दुखी सिंह इम दिसे रहे। कदे कदे इकट्ठे होए दौड़े, लुटे मुदईयन सिर पी तोड़े। वाहिगुरु जी का खालसा, वाहिगुरु जी की फतेह। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जियो। जिनके भाग बड़े हैं भाई, तिन साधु संग मुख जुरे। वड्या भागा वाले हो। जगत गुरु श्री गुरु ग्रंथ साहिब जी महाराज जी की पवित्र पावन हजूरी च हाजरियां भर के अपने जीवन दियां कुछ कीमती घड़ियां गुरु लेखे ला के सफलियां कर रहे। गुरु पंथ का इतिहास कथन ते सुनन का सुभाग सानू प्राप्त हो रहा है। भाई सुखा सिंह जी माड़ी कंबोकी वाले तुरकां दी अड़ी भन के आए हैं, जिहड़े कहंदे सी आओ श्री अमृतसर सरोवर च सानू इशनान करके विखाओ। भाई सुखा सिंह जी ने आख्या गुरु साहब दे प्रताप नाल रात नूं नहीं, मैं चढ़दे सूरज दे चानणे विच दिन वेले आके इशनान करके जावांगा। गुरु चरना का आसरा लैके भाई सुखा सिंह जी ने जाके अमृतसर सरोवर च इशनान किया है। वैरियां नूं भाजड़ा पा के वापस आ गए। जकरिए नूं इस गल की खिज सी कि मैं इन्हां नूं अनेकां तरीकिਆਂ नाल मारना चाहया, दबाउणा चाहया, मुकदे नहीं। दूर दूर तक इलाकिਆਂ विच इहने सुनेह भेज दिते कि जिथे सिख दिसण मार दिओ। वड्डे वड्डे फौजदार फौजां लैके ਸਿੰਘਾਂ नूं मारन लई ਲੱਭਣ लगे। दरिया के किनारे किनारे कुछ सिंह रहिंदे ने जंगल वेलियां विच। कई वारी चपड़ा हुंदियां ने, कदे ਸਿੰਘਾਂ दा दा लग जांदा है, कदे तुरक आके हमला कर जांदे ने, ਸਿੰਘਾਂ दा नुकसान हुंदा है। ये घोल निरंतर चलता रहा। पर ਸਿੰਘਾਂ ਦੀ ਜਿਹੜੀ मानसिकता है वो ढैंदी कला च नहीं आई। सुरती चढ़दी कला विच रही। आओ गुरु पंथ का इतिहास मन बिरतियां एकाग्र करके सरवण करिए। गुरु चरना विच अपनियां हाजरियां लवाओ ते आखो जी सतनाम श्री वाहिगुरु साहिब जी। सतनाम श्री वाहिगुरु साहिब जी।
ਚੌਪਈ। ਇਸੀ ਪਾਤ ਸਿੰਘ ਦੁੱਖ ਕੋ ਸਹੇ। ਇਸ ਤਰ੍ਹਾਂ ਸਿੰਘਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਤਕਲੀਫਾਂ ਦਾ, ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਖੀ ਸਿੰਘ ਇਮ ਦੇਸੈ ਰਹੇ। ਜਿਹੜੇ ਸਿੰਘ ਇਸ ਪੰਜਾਬ ਦੇ ਖਿੱਤੇ 'ਚ ਰਹਿ ਰਹੇ ਨੇ, ਦਰਿਆਵਾਂ ਦੇ ਕੰਢਿਆਂ ਵਿੱਚ, ਜੰਗਲਾਂ ਦੇ ਬੇਲਿਆਂ 'ਚ ਰਹਿ ਰਹੇ ਨੇ, ਉਹਨਾਂ ਨੂੰ ਵੀ ਬੜੀ ਮੁਸੀਬਤ ਵਿੱਚ, ਦੁੱਖਾਂ ਦਾ ਸਾਹਮਣਾ ਕਰਦਿਆਂ ਰਹਿਣਾ ਪੈ ਰਿਹਾ ਹੈ। ਕਦੇ ਕਦੇ ਇਕੱਠੇ ਹੋਏ ਦੌੜੈ। ਕਦੇ ਸਿੰਘ ਕਿਤੇ 150 ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਫਿਰ ਹੱਲਾ ਬੋਲਦੇ ਹਨ। ਲੁੱਟੈ ਮੁਦਈਨ ਸਿਰ ਪੀ ਤੋੜੈ। ਮੁਦਈ ਦਾ ਮਤਲਬ ਹੁੰਦਾ ਦਾਅਵੇਦਾਰ। ਜਿਹੜੇ ਤੁਰਕ ਸਨ, ਉਹਨਾਂ ਤੁਰਕਾਂ ਨੂੰ ਜਾ ਕਰਕੇ ਲੁੱਟਦੇ ਨੇ, ਤੁਰਕਾਂ ਦੇ ਸਿਰ ਵੀ ਤੋੜਦੇ ਨੇ, ਉਹਨਾਂ ਨੂੰ ਮਾਰਦੇ ਵੀ ਨੇ ਵਾਹ ਲੱਗਦੀ ਤੱਕ। ਰਾਤ ਪੜੇ ਸਿੰਘ ਹੋਵੇ ਸ਼ੇਰ। ਜ਼ਿਆਦਾ ਤੌਰ ਤੇ ਸਿੰਘ ਰਾਤ ਦੇ ਸਮੇਂ ਲੜਦੇ ਹਨ। ਰਾਤ ਦੇ ਸਮੇਂ ਤਾਂ ਸਿੰਘ ਸ਼ੇਰ ਤੋਂ ਸਵਾ ਸ਼ੇਰ ਹੋ ਜਾਂਦੇ ਨੇ, ਯਾਨੀ ਕਿ ਰਾਤ ਦੇ ਸਮੇਂ ਦਿਨ ਦੀ ਬਜਾਏ ਰਾਤ ਨੂੰ ਵੱਧ ਲੜਦੇ ਹਨ। ਰਾਤ ਦੇ ਸਿੰਘ ਭੇਤੀ ਸੀ, ਹਨੇਰੇ 'ਚ ਲੜਨ ਦਾ ਉਹਨਾਂ ਦਾ ਅਭਿਆਸ ਸੀ। ਦੂਜਾ, ਰਾਤ ਨੂੰ ਜੰਗਲਾਂ ਦੇ ਰਾਹਾਂ ਦਾ ਉਹਨਾਂ ਨੂੰ ਚੰਗੀ ਤਰ੍ਹਾਂ ਭੇਤ ਸੀ ਤੇ ਜਿੱਥੋਂ ਲੰਘ ਕੇ ਹਰਨ ਭਰਨ ਹੋ ਜਾਂਦੇ ਸੀ। ਇਸ ਕਰਕੇ ਸਿੰਘ ਰਾਤ ਦੇ ਸਮੇਂ ਵੀ ਸ਼ੇਰ ਹੋ ਜਾਂਦੇ ਹਨ। ਦਿਨੇ ਲੁਕੇ ਰਹਿ ਝਾੜੀ ਸ਼ੇਰ। ਜਦੋਂ ਦਿਨ ਚੜ੍ਹਦਾ ਤੇ ਚੜ੍ਹੇ ਦਿਨ ਦੇ ਵਿੱਚ ਬਾਹਰ ਜੰਗਲਾਂ ਦੇ ਵਿੱਚ, ਝਾੜਾਂ ਵਿੱਚ, ਬੇਲਿਆਂ ਵਿੱਚ, ਉੱਥੇ ਜਾ ਕੇ ਲੁਕ ਕੇ ਦਿਨ ਬਤੀਤ ਕਰਦੇ ਹਨ। ਰਾਤ ਨੂੰ ਤੁਰਕਾਂ ਦਾ ਜਿੱਥੇ ਡੇਰਾ ਹੁੰਦਾ ਉੱਥੇ ਜਾ ਕੇ ਹਮਲਾ ਕਰਦੇ ਹਨ। ਬਹੁਤਨ ਕੋ ਡਰ ਸਿੰਘ ਨਾ ਗਨੇ। ਬਹੁਤੇ ਤੁਰਕਾਂ ਦਾ ਡਰ ਸਿੰਘ ਨਹੀਂ ਗਿਣਦੇ। ਪਰੇ ਰਾਤ ਕੋ ਥੋੜੇ ਜਨੇ। ਇਹ ਨਹੀਂ ਵੇਖਦੇ ਕਿ ਤੁਰਕਾਂ ਦੀ ਗਿਣਤੀ ਵੱਧ ਹੈ, ਇਹ ਸਾਡਾ ਨੁਕਸਾਨ ਕਰਨਗੇ। ਬਹੁਤਿਆਂ ਦੀ ਗਿਣਤੀ ਵੇਖ ਕੇ ਸਿੰਘ ਮਨ 'ਚ ਭੈ ਨਹੀਂ ਰੱਖਦੇ। ਔਰ ਰਾਤ ਦੇ ਸਮੇਂ ਭਾਵੇਂ ਥੋੜੇ ਵੀ ਹੋਣ ਸਿੰਘ ਤੇ ਤੁਰਕਾਂ ਦਾ ਡੇਰਾ ਹਜ਼ਾਰਾਂ ਦੀ ਗਿਣਤੀ 'ਚ ਹੋਵੇ, ਥੋੜੇ ਸਿੰਘ ਵੀ ਜਾ ਕੇ ਤੁਰਕਾਂ ਦੇ ਉੱਤੇ ਹਮਲਾ ਬੋਲ ਦਿੰਦੇ ਹਨ। ਦੋਹਰਾ ਤੁਰਕ ਜਹਾਂ ਡੇਰਾ ਕਰੇ, ਤੱਕ ਰਾਤ ਸਿੰਘ ਪਹੁੰਚਾਏ। ਜਿੱਥੇ ਜਿੱਥੇ ਵੀ ਤੁਰਕ ਡੇਰਾ ਕਰਦੇ ਨੇ, ਸਿੰਘਾਂ ਦੀ ਤੱਕ ਰਹਿੰਦੀ ਹੈ। ਇੱਕ ਜਸੂਸ ਸਿੰਘਾਂ ਦੇ ਵੀ ਫਿਰਦੇ ਸੀ, ਉਹ ਜਾ ਕੇ ਵੇਖ ਆਉਂਦੇ ਆ ਵੀ ਤੁਰਕਾਂ ਦਾ ਡੇਰਾ ਕਿਸ ਜਗ੍ਹਾ ਤੇ ਹੈ, ਉਹਨਾਂ ਕੋਲ ਕਿੰਨਾ ਕੁ ਸਬਾਬ ਹੈ, ਕਿੰਨਾ ਕੁ ਰਾਜ ਸਾਜ ਹੈ, ਕਿੰਨੇ ਕੁ ਹਥਿਆਰ ਨੇ, ਕਿੰਨੇ ਕੁ ਘੋੜੇ ਨੇ, ਕਿੰਨਾ ਕੁ ਖਜ਼ਾਨਾ ਹੈ। ਤੇ ਜਦੋਂ ਦਿਨੇ ਕੋਈ ਪੜਤਾਲ ਕਰਕੇ ਆ ਕੇ ਰਾਤ ਨੂੰ ਸਿੰਘਾਂ ਨੂੰ ਦੱਸਦਾ ਹੈ, ਤੇ ਰਾਤ ਦੇ ਸਮੇਂ ਫਿਰ ਸਿੰਘ ਉਹਨਾਂ ਤੁਰਕਾਂ ਦੇ ਡੇਰੇ ਤੇ ਜਾ ਕੇ ਲੁੱਟ ਮਚਾਉਂਦੇ ਹਨ। ਚੋਰੀ ਚੋਰੀ ਭੱਜ ਨੱਠ, ਤਿਨਹੀ ਕੋ ਲੁੱਟ ਖਾਏ। ਏਦਾਂ ਦਿਨ ਸਮੇਂ ਫਿਰ ਲੁਕ ਜਾਂਦੇ ਨੇ, ਰਾਤ ਨੂੰ ਪ੍ਰਗਟ ਹੁੰਦੇ ਨੇ। ਤੁਰਕਾਂ ਦੇ ਵੀ ਇੱਕ ਵਾਰੀ ਨੱਕ ਦਮ ਕੀਤਾ ਹੋਇਆ ਖਾਲਸੇ ਨੇ, ਔਰ ਤੁਰਕਾਂ ਨੂੰ ਲੁੱਟ ਮਾਰ ਕਰਕੇ ਫਿਰ ਸਿੰਘ ਆਪਣਾ ਗੁਜ਼ਾਰਾ ਕਰਦੇ ਨੇ, ਛਕਦੇ ਛਕਾਉਂਦੇ ਹਨ। ਦੋਹਰਾ ਸਾਖ ਸੁਨੋ ਉਨ ਸਿੰਘਨ ਕੀ, ਜੋ ਕੀਰੇ ਖੱਡ ਮਾਏ। ਕਹਿੰਦੇ ਮੀਰਾਂਕੋਟ ਦੇ ਇਲਾਕੇ ਵਿੱਚ ਜਿਹੜਾ ਭਾਈ ਰਤਨ ਸਿੰਘ ਹੋਣਾ ਦਾ ਪਿੰਡ ਸੀ, ਸਰਦਾਰ ਮਤਾਬ ਸਿੰਘ ਹੋਣਾ ਦਾ ਪਿੰਡ ਸੀ, ਉਸ ਪਿੰਡ ਦੇ ਨੇੜੇ ਇੱਕ ਖੱਡ ਹੈ। ਉਸ ਵੇਲੇ ਸੀ, ਉਸ ਖੱਡ ਦੇ ਵਿੱਚ ਜਿਵੇਂ ਉਹ ਸਿੰਘਾਂ ਦੇ ਉੱਤੇ ਬੀਤੀ ਹੈ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੁਣ ਉਹ ਤੁਹਾਨੂੰ ਸਰਵਣ ਕਰਾਉਣਾ। ਸੁਣੋ ਖਾਲਸਾ ਜੀ। ਓਮ ਮਾਏ ਆਕੀ ਪਏ, ਸੁਨੋ ਉਹਨਾਂ ਕੇ ਨਾਏ। ਕਹਿੰਦੇ ਜਿਹੜੇ ਸਿੰਘ ਥੱਲੇ ਜ਼ਮੀਨ ਦੇ ਵਿੱਚ ਖੱਡ ਕੱਢ ਕੇ ਥੱਲੇ ਆਕੀ ਹੋ ਗਏ, ਬਾਹਰ ਦੁਸ਼ਮਣ ਸੀ, ਜ਼ਮੀਨ ਦੇ ਵਿੱਚ ਥੱਲੇ ਆਕੀ ਹੋਏ ਜਿਹੜੇ ਸਿੰਘ, ਕਿੱਡੀ ਵੱਡੀ ਹੈਰਾਨੀ ਦੀ ਬਾਤ ਸੀ ਵੀ ਜ਼ਮੀਨ 'ਚ ਖੱਡ ਪੁੱਟੀ ਹੋਈ ਆ ਤੇ ਜ਼ਮੀਨ ਦੇ ਵਿੱਚ ਆਕੀ ਹੋਣਾ। ਕਿਲੇ ਵਿੱਚ ਆਕੀ ਹੁੰਦੇ ਸੁਣੇ ਸੀ, ਪਰ ਜ਼ਮੀਨ ਦੇ ਥੱਲੇ ਖੱਡ ਕੱਢ ਕੇ ਘੁਰਨਾ ਜਿਹਾ ਬਣਿਆ ਹੋਇਆ, ਉਹਦੇ ਵਿੱਚ ਸਿੰਘ ਤੁਰਕਾਂ ਨਾਲ ਲੜੇ, ਆਕੀ ਹੋਏ। ਕਹਿੰਦੇ ਮੈਂ ਹੁਣ ਉਹਨਾਂ ਸਿੰਘਾਂ ਦੇ ਨਾਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਚੌਪਈ ਮੀਰਾ ਕੋਟ ਜੋ ਸਾਡੇ ਗ੍ਰਾਮ। ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜਾ ਸਾਡਾ ਪਿੰਡ ਸੀ ਮੀਰਾ ਕੋਟ, ਪਇਓ ਸਿੰਘ ਲੱਦਾ ਸਿੰਘ ਨਾਮ। ਮੀਰਾ ਕੋਟ ਨਗਰ ਦੇ ਵਿੱਚ ਇੱਕ ਬੜਾ ਸੂਰਬੀਰ ਬਹਾਦਰ ਯੋਧਾ ਸਿੰਘ ਹੋਇਆ, ਉਹਦਾ ਨਾਂ ਸੀ ਭਾਈ ਲੱਦਾ ਸਿੰਘ ਮੀਰਾ ਕੋਟੀਆ। ਭੰਗੂ ਗੋਤਿਆ ਸਾਡੋ ਤਾਇਓ। ਉਹਦਾ ਗੋਤ ਵੀ ਭੰਗੂ ਸੀ ਤੇ ਉਹ ਮੇਰਾ ਤਾਇਆ ਸੀ ਰਿਸ਼ਤੇਦਾਰੀ ਚ। ਭਾਈ ਰਤਨ ਸਿੰਘ ਜੀ ਕਹਿੰਦੇ ਉਹ ਮੇਰਾ ਤਾਇਆ ਸੀ ਤੇ ਭੰਗੂ ਉਹਦਾ ਗੋਤ ਸੀ, ਨਾਂ ਉਹਦਾ ਲੱਦਾ ਸਿੰਘ ਸੀ ਤੇ ਮੀਰਾ ਕੋਟ ਦਾ ਹੀ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਸੀ। ਪਰਦੇਸ ਜਾਏ ਉਨ ਵੱਡ ਦੁੱਖ ਪਾਇਓ। ਉਹਨੇ ਵੀ ਬਾਹਰ ਫਿਰ ਕੇ ਪਰਦੇਸਾਂ ਵਿੱਚ ਫਿਰ ਕੇ ਵੈਰੀਆਂ ਨਾਲ ਲੜਦਿਆਂ ਬੜੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ। ਮੰਗਿਓ ਮਿਲੇ ਨਾ ਉਧਾਰ ਕੋ ਦੇ। ਉਦੋਂ ਤਾਂ ਮੰਗਿਆ ਮਿਲਦਾ ਨਹੀਂ ਸੀ ਕੁਝ, ਨਾ ਕੋਈ ਉਧਾਰ ਦਿੰਦਾ ਸੀ। ਇਹੋ ਜਿਹੇ ਹਾਲਾਤ ਸਨ ਸਿੰਘਾਂ ਦੇ। ਆਖੇ ਚੋਰ ਪਿੰਡ ਰਹਿਣ ਨਾ ਦਏ। ਪਿੰਡ ਵਾਲਿਆਂ ਦੇ ਵਿੱਚ ਵੀ ਕਿਹਾ ਜਾਂਦਾ ਸੀ ਵੀ ਅਸੀਂ ਸਿੰਘ ਰਹਿਣ ਹੀ ਨਹੀਂ ਦਿੱਤੇ ਪਿੰਡ ਦੇ ਵਿੱਚ। ਮੀਰਾ ਕੋਟ ਵਾਲੇ ਵੀ ਕਹਿੰਦੇ ਸੀ ਕਿ ਅਸੀਂ ਸਿੰਘ ਪਿੰਡ 'ਚ ਨਹੀਂ ਰਹਿਣ ਦਿੱਤੇ। ਜੋ ਉਜਾੜਨ ਕੈ ਸਿੰਘ ਰਹਿ ਬੀਚ। ਜਿਹੜੇ ਸਿੰਘ ਬਾਹਰ ਉਜਾੜਾਂ ਵਿੱਚ ਜੰਗਲਾਂ ਦੇ ਵਿੱਚ ਰਹਿੰਦੇ ਸਨ, ਕਹੇ ਧਾੜਵੀ ਲੋਕ ਉਨ ਨੀਚ। ਨੀਚ ਲੋਕ ਉਹਨਾਂ ਸਿੰਘਾਂ ਨੂੰ ਧਾੜਵੀ ਤੇ ਲੁਟੇਰੇ ਦੱਸਣ ਲੱਗ ਪਏ। ਜਦੋਂ ਸਿੰਘਾਂ ਨੂੰ ਪਿੰਡ ਘਰ ਘਾੜ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ, ਜਿਹੜੇ ਨੀਚ ਲੋਕ ਸੀ ਉਹਨਾਂ ਸਿੰਘਾਂ ਨੂੰ ਧਾੜਵੀ ਦੱਸਣ ਲੱਗ ਪਏ। ਤਾਂ ਲੁਟੇਰੇ ਨੇ ਜੀ, ਇਹ ਤਾਂ ਧਾੜਵੀ ਨੇ, ਲੁੱਟਾਂ ਖੋਹਾਂ ਕਰਦੇ ਨੇ। ਹਾਲਾਂਕਿ ਸਿੰਘ ਕੇਵਲ ਤੁਰਕਾਂ ਨੂੰ ਹੀ ਲੁੱਟਦੇ ਸਨ, ਪਰ ਫਿਰ ਵੀ ਨੀਚ ਲੋਕ ਸਿੰਘਾਂ ਨੂੰ ਧਾੜਵੀ ਦੱਸਣ ਲੱਗ ਪਏ। ਮਾਰਨ ਦੌੜੈ ਉਹ ਫੜ ਲਏ। ਔਰ ਜਦੋਂ ਕੋਈ ਸਿੰਘ ਕਾਬੂ ਆਉਂਦਾ ਉਹਨੂੰ ਮਾਰਨ ਦੌੜਦੇ ਹਨ ਜਾਂ ਉਹਨੂੰ ਪਕੜ ਲੈਂਦੇ ਹਨ। ਭੁੱਖੇ ਰਾਖੇ ਕਛ ਖਾਣ ਨ ਦੇਹੇ। ਸਿੰਘਾਂ ਨੂੰ ਭੁੱਖੇ ਰੱਖਦੇ ਨੇ, ਉਹਨਾਂ ਨੂੰ ਛਕਣ ਨੂੰ ਕੁਝ ਨਹੀਂ ਦਿੰਦੇ। ਇਸ ਦੁੱਖ ਤੇ ਦੇਸ਼ ਔਰ ਚੱਲ ਜਾਵੇ। ਇਸ ਦੁੱਖ ਕਰਕੇ ਸਿੰਘ ਆਪੋ ਆਪਣਾ ਦੇਸ਼ ਛੱਡ ਕੇ, ਆਪੋ ਆਪਣੇ ਨਗਰ ਪਿੰਡ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਕੇ, ਯਾਨੀ ਕਿ ਇਧਰ ਮਾਲਵੇ ਦੇ ਦੁਆਬੇ ਦੇ ਪਹਾੜਾਂ ਦੇ ਇਲਾਕੇ ਵਿੱਚ ਜਾ ਕੇ ਰਹਿਣ ਲੱਗੇ। ਕਈ ਅਕ ਮੁੜ ਨਿਜ ਵਤਨੇ ਆਵੇ। ਹੁਣ ਆਖਰ ਦੂਜੇ ਦੇਸ਼ਾਂ ਵਿੱਚ ਕਿੰਨਾ ਕੁ ਚਿਰ ਰਹਿੰਦੇ, ਆਖਰ ਨੂੰ ਅੱਕ ਕੇ ਦੁਖੀ ਹੋ ਕੇ ਸਿੰਘ ਜਦੋਂ ਆਪਣੇ ਵਤਨ ਵਾਪਸ ਮੁੜਦੇ। ਪਰਦੇਸ ਦੁੱਖ ਤੇ ਵਤਨੇ ਆਵੇ। ਹੁਣ ਪਰਦੇਸ ਵਿੱਚ ਕਿਹੜਾ ਕੋਈ ਸੰਬੰਧੀ ਬੈਠਾ ਸੀ, ਉਹ ਵੀ ਕਿਹੜਾ ਮੂੰਹ ਲਾਉਂਦੇ ਸਨ ਸਿੰਘਾਂ ਨੂੰ। ਤੇ ਉਸ ਦੁੱਖ ਕਰਕੇ ਜਦੋਂ ਆਪਣੇ ਵਤਨ ਆਉਂਦੇ ਸਨ, ਈਆਂ ਲੁਕ ਛਪ ਕੁਛ ਦਿਨ ਲਖਾਵੇ। ਉਹ ਇੱਥੇ ਮਾਝੇ ਦੇ ਇਲਾਕੇ ਵਿੱਚ ਆ ਕੇ ਲਾਹੌਰ ਦੇ ਇਰਦ ਗਿਰਦ ਜਾਂ ਦਰਿਆਵਾਂ ਦੇ ਕੰਢਿਆਂ ਤੇ ਸਿੰਘ ਲੁਕ ਛਿਪ ਕੇ ਆਪਣੇ ਦਿਨ ਲੰਘਾਉਂਦੇ ਹਨ। ਹੁਤੀ ਖੱਡ ਬਗਿਆੜ ਨਕੇਰੀ। ਕਹਿੰਦੇ ਇੱਥੇ ਹੀ ਇੱਕ ਖੱਡ ਸੀ ਮੀਰਾ ਕੋਟ ਤੋਂ ਕੁਝ ਦੂਰੀ ਤੇ, ਬਗਿਆੜਾਂ ਦੀ ਖੱਡ ਸੀ। ਬੜੀ ਡੂੰਗੀ ਜੀ ਖੱਡ ਸੀ ਤੇ ਮਜ਼ਬੂਤ ਬਣੀ ਹੋਈ ਸੀ, ਜਿਵੇਂ ਡਾਕਰ ਜ਼ਮੀਨ ਹੁੰਦੀ ਹੈ ਨਾ, ਉਹ ਪੱਥਰ ਵਾਂਗੂ ਸਖਤ ਹੁੰਦੀ ਹੈ। ਉਹਦੇ ਵਿੱਚ ਖੱਡ ਨਿਕਲੀ ਹੋਈ ਸੀ। ਪੱਟ ਬਣਾਏ ਉਨ ਕਰੀ ਬਡੇਰੇ। ਉਹ ਖੱਡ ਬਗਿਆੜਾਂ ਦੀ ਸੀ। ਬਗਿਆੜ ਤਾਂ ਉੱਥੋਂ ਭਜਾ ਦਿੱਤੇ ਸਿੰਘਾਂ ਨੇ। ਸਿੰਘਾਂ ਨੇ ਉਸ ਖੱਡ ਨੂੰ ਪੁੱਟ ਕੇ ਨਾ ਅੰਦਰੋਂ ਖੋਤਰ ਕੇ ਚੰਗੀ ਤਰ੍ਹਾਂ, ਜਿਵੇਂ ਘੁਰਨਾ ਜਿਹਾ ਅੰਦਰ 5-7 ਸਿੰਘਾਂ ਦੇ ਬਹਿਣ ਦੀ ਜਗ੍ਹਾ ਅੰਦਰ ਸੁਰੰਗ ਜੀ ਬਣਾ ਲਈ ਜ਼ਮੀਨ ਦੇ ਵਿੱਚ ਹੀ, ਉਸ ਖੱਡ ਨੂੰ ਪੁੱਟ ਕੇ। ਜੋ ਪਈ ਰਾਤ ਪੜਤ ਸਿੰਘ ਘਰ ਕੋ ਜਾਨ। ਜਦੋਂ ਰਾਤ ਹਨੇਰਾ ਹੁੰਦਾ ਸੀ ਸਿੰਘ ਘਰਾਂ ਵਿੱਚ ਚਲੇ ਜਾਂਦੇ ਸਨ। ਰਾਤ ਬਰਾਤੇ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਉਹ ਘਰਾਂ ਵਿੱਚ ਮਿਲ ਆਉਂਦੇ ਸਨ। ਘਰ ਤੇ ਮਿਲੈ ਸੋ ਰਲ ਮਿਲ ਖਾਨ। ਤੇ ਘਰੋਂ ਜੋ ਕੁਝ ਮਿਲ ਜਾਂਦਾ ਉਹ ਰਲ ਮਿਲ ਕੇ ਛਕ ਲੈਂਦੇ ਹਨ। ਉਨ ਸਿੰਘ ਪਾਸ ਕੋ ਔਰ ਸਿੰਘ ਆਵੇ। ਉਹਨਾਂ ਸਿੰਘਾਂ ਦੇ ਕੋਲ ਜੇ ਕੋਈ ਹੋਰ ਸਿੰਘ ਵੀ ਆ ਜਾਂਦਾ ਇਧਰੋਂ ਉਧਰੋਂ, ਕਿਉਂਕਿ ਸਿੰਘ ਫਿਰਦੇ ਸਨ ਜੰਗਲਾਂ ਵਿੱਚ ਹੀ। ਜਿਹੜੇ ਸਿੰਘ ਆਪਣੇ ਨਗਰਾਂ ਦੇ ਨੇੜੇ ਤੇੜੇ ਰਹਿੰਦੇ ਸੀ, ਉਹ ਰਾਤ ਬਰਾਤੇ ਘਰਾਂ 'ਚ ਜਾਣਾ, ਉਹਨਾਂ ਨੇ ਲੰਗਰ ਪ੍ਰਸ਼ਾਦਾ ਆਪ ਛਕਣਾ, ਨਾਲੇ ਨਾਲ ਦੇ ਸਾਥੀਆਂ ਨੂੰ ਛਕਾਣਾ। ਜੇ ਕੋਈ ਹੋਰ ਸਿੰਘ ਵੀ ਉਹਨਾਂ ਦੇ ਨਾਲ ਆ ਕੇ ਰਲ ਜਾਂਦਾ, ਉਸੇ ਖਲਾਏ ਕਹਿ ਤੋ ਆਪ ਖਾਵੇ। ਆਪਣਾ ਹਿੱਸਾ ਉਹਨੂੰ ਛਕਾ ਦਿੰਦੇ ਤੇ ਆਪ ਭੁੱਖੇ ਰਹਿ ਜਾਂਦੇ। ਇਹੋ ਜੀ ਬਿਰਤੀ ਉਹਨਾਂ ਸਿੰਘਾਂ ਦੀ। ਜੇ ਕੋਈ ਸਿੰਘ ਅਚਾਨਕ ਬਾਹਰੋਂ ਆ ਗਿਆ, ਵੇਖਿਆ ਵੀ ਇਹ ਸਿੰਘ ਕਈ ਦਿਨਾਂ ਦਾ ਭੁੱਖਾ ਹੈ,
ਉਹਨੂੰ ਆਪਣਾ ਹਿੱਸਾ ਉਹਨੂੰ ਦੇ ਦੇਣਾ, ਆਖਣਾ ਸਿੰਘ ਜੀ ਇਹ ਤੁਸੀਂ ਛਕੋ, ਅਸੀਂ ਦੁਪਹਿਰੇ ਹੀ ਛਕਿਆ ਸੀ, ਇਹ ਤੁਸੀਂ ਛਕ ਲਓ। ਏਦਾਂ ਆਪਣਾ ਹਿੱਸਾ ਉਹਨਾਂ ਸਿੰਘਾਂ ਨੂੰ ਚੁਕਾ ਦਿੰਦੇ। ਇਹੋ ਜਿਹੇ ਤਿਆਗੀ ਸਨ ਜਿਸੇ ਸਿੱਖ ਪੈ ਕੰਮ ਹੋਏ ਚੂਨ। ਜਿਹੜੇ ਸਿੱਖ ਦੇ ਕੋਲ ਕੋਈ ਘਰ ਦੇ ਵਿੱਚ ਪਿੱਛੋਂ ਚੰਗਾ ਕੰਮ ਹੁੰਦਾ ਜਾਂ ਆਟਾ ਵੱਧ ਹੁੰਦਾ, ਉਸੇ ਖਲਾਵੇ ਆਪ ਰਹੇ ਊਨ। ਚੂਨ ਕਹਿੰਦੇ ਨੇ ਆਟੇ ਨੂੰ। ਉਹ ਆਟਾ ਦੂਜੇ ਸਿੰਘਾਂ ਨੂੰ ਵੰਡ ਦਿੰਦੇ, ਕਹਿੰਦੇ ਖਾਲਸਾ ਜੀ ਲਓ ਤੁਸੀਂ ਛਕੋ, ਇਹ ਆਟਾ ਗੁੰਨ ਲਓ, ਇਹਦਾ ਪ੍ਰਸ਼ਾਦਾ ਬਣਾ ਕੇ ਤੁਸੀਂ ਛਕ ਲਓ। ਆਪ ਉਹਨੂੰ ਭਾਵੇਂ ਫਾਕਾ ਕੱਟਣਾ ਪਵੇ, ਪਰ ਉਹ ਸਿੰਘ ਦੀ ਇਹ ਬਿਰਤੀ ਹੁੰਦੀ ਸੀ ਵੀ ਦੂਜੇ ਛਕ ਲੈਣ, ਮੇਰੀ ਕੋਈ ਗੱਲ ਨਹੀਂ। ਇਹੋ ਜਿਹਾ ਪ੍ਰੇਮ, ਇਹੋ ਜਿਹਾ ਪਿਆਰ ਖਾਲਸੇ ਪ੍ਰਤੀ ਹਰ ਇੱਕ ਸਿੰਘ ਦੇ ਮਨ ਵਿੱਚ ਸੀ। ਜੋ ਜੋ ਸਿੰਘ ਉਦਮੀ ਹੋਏ। ਜਿਹੜੇ ਸਿੰਘ ਉਦਮੀ ਹੁੰਦੇ, ਪੁਰਸ਼ਾਰਥ ਕਰਦੇ, 10-5 ਰਲ ਕੇ ਦੌੜੇ ਸੋਏ। ਉਹ 5-10 ਸਿੰਘ ਰਲ ਕੇ ਹੱਲਾ ਕਰ ਦਿੰਦੇ ਸੱਜੇ ਖੱਬੇ, ਕਿਤੇ ਤੁਰਕ ਦੇ ਉੱਤੇ ਜਾਂ ਕਿਸੇ ਚੌਧਰੀ ਉੱਤੇ ਜਾਂ ਕਿਸੇ ਪੰਚ ਉੱਤੇ। ਸਾਗ ਅੰਨ ਪਟ ਲਿਆਵੇ ਸੋਏ। ਉਹਦੇ ਖੇਤਾਂ ਵਿੱਚੋਂ ਸਾਗ ਲੈ ਆਉਂਦੇ ਆ ਪੁੱਟ ਕੇ, ਗਾਜਰਾਂ ਲੱਗੀਆਂ ਹੁਣ ਗਾਜਰਾਂ ਲੈ ਆਉਂਦੇ ਆ ਪੁੱਟ ਕੇ, ਜਾਂ ਕੋਈ ਹੋਰ ਫਸਲ ਹੋਣੀ, ਛਕਣ ਛਕਾਣ ਵਾਲੀਆਂ ਫਸਲਾਂ ਹੁੰਦੀਆਂ, ਸਬਜ਼ੀਆਂ ਭਾਜੀਆਂ, ਉਹ ਖੇਤਾਂ ਦੇ ਵਿੱਚੋਂ ਸਿੰਘ ਪੁੱਟ ਕੇ ਜੰਗਲਾਂ 'ਚ ਲੈ ਆਉਂਦੇ। ਚੋਰੀ ਛਿਪੀ ਪੈਨ ਉਨ ਗੁਜ਼ਰ ਹੋਏ। ਏਦਾਂ ਚੋਰੀ ਛਿਪੀ ਕਿਸੇ ਤਰੀਕੇ ਆਪਣਾ ਗੁਜ਼ਾਰਾ ਕਰਦੇ। ਇੱਕ ਵੇਲੇ ਦਾ ਮਿਲ ਜਾਵੇ ਤਾਂ ਵੀ ਸ਼ੁਕਰ ਕਰਦੇ ਆ, ਨਾ ਮਿਲੇ ਤੇ ਤਾਂ ਵੀ ਸ਼ੁਕਰ 'ਚ ਰਹਿੰਦੇ ਹਨ। ਕੋ ਬਖਤਾਵਰ ਜਿਸ ਹੋਏ ਪਿਤ ਮਾਤ। ਕਈ ਸਿੰਘਾਂ ਦੇ ਮਾਂ-ਬਾਪ ਘਰੋਂ ਚੰਗੇ ਰੱਜੇ ਪੁੱਜੇ ਵੀ ਸੀ। ਬਖਤਾਵਰ ਕਹਿੰਦੇ ਵੀ ਜਿਹੜੇ ਘਰੋਂ ਚੰਗੇ ਹੋਣ, ਰੱਜੇ ਪੁੱਜੇ ਹੋਣ, ਤੇ ਉਹਨਾਂ ਦੇ ਬੱਚੇ ਜਿਹੜੇ ਸੀ ਖਾਲਸੇ ਨਾਲ ਰਲੇ ਹੋਏ ਸੀ, ਮਾਂ-ਬਾਪ ਘਰੋਂ ਚੰਗੇ ਰੱਜੇ ਪੁੱਜੇ ਸਨ। ਸੋਈ ਜਾਏ ਕਰ ਖਾਵੇ ਰਾਤ। ਉਹ ਰਾਤ ਬਰਾਤੇ ਆਪਣੇ ਘਰ ਚਲੇ ਜਾਂਦੇ ਤੇ ਘਰ ਜਾ ਕੇ ਲੰਗਰ ਪ੍ਰਸ਼ਾਦਾ ਛਕ ਲੈਂਦੇ ਤੇ ਆਪਣੇ ਸਾਥੀਆਂ ਲਈ ਵੀ ਲੈ ਆਉਂਦੇ। ਦੋਹਰਾ ਇਸੀ ਪਾਤ ਸਿੰਘ ਰਹਿਤ ਥੇ ਬਗਿਆੜਨ ਖੱਡ ਮਾਏ। ਇਸੇ ਤਰ੍ਹਾਂ ਉਹ ਜਿਹੜੀ ਬਗਿਆੜਾਂ ਦੀ ਖੱਡ ਸੀ ਨਾ, ਕਾਫੀ ਡੂੰਗੀ, 5-7-10 ਸਿੰਘ ਵੀ ਉਹਦੇ ਵਿੱਚ ਵੜ ਜਾਂਦੇ ਸੀ। ਦਿਨ ਦੇ ਸਮੇਂ ਉਹਦੇ 'ਚ ਲੁੱਕੇ ਰਹਿਣਾ, ਰਾਤ ਬਰਾਤੇ ਹਨੇਰੇ 'ਚ ਉਹਦੇ 'ਚੋਂ ਨਿਕਲਦੇ ਸੀ। ਉਸ ਬਗਿਆੜਾਂ ਦੀ ਖੱਡ ਦੇ ਵਿੱਚ ਜਿਹੜਾ ਉਹ ਘੁਰਨਾ ਜਿਹਾ ਬਣਿਆ ਹੋਇਆ ਡੂੰਗਾ, ਥੱਲੇ ਸੁਰੰਗ ਬਣਾਈ ਹੋਈ ਹੈ, ਉਹਦੇ ਵਿੱਚ ਰਹਿ ਕੇ ਸਿੰਘ ਆਪਣੇ ਦਿਨ ਬਤੀਤ ਕਰ ਰਹੇ ਹਨ। ਜਸੂਸਨ ਨੇ ਤੇ ਉਲਖੇ ਜਾ ਕਯੋ ਸੁਤੁਰ ਕਨ ਮਾਏ। ਜਿਹੜੇ ਸੂਈਏ ਫਿਰਦੇ ਸੀ ਸਿੰਘਾਂ ਨੂੰ ਲੱਭਦੇ, ਉਹ ਵੇਖਦੇ ਆ ਵੀ ਇਹ ਸਿੰਘ ਆਉਂਦੇ ਕਿੱਥੋਂ ਹੈ, ਰਾਤ ਬਰਾਤੇ ਨਿਕਲਦੇ ਕਿੱਥੋਂ ਹੈ। ਉਹਨਾਂ ਨੇ ਪੜਤਾਲ ਕੀਤੀ, ਵੇਖਿਆ ਵੀ ਇੱਕ ਦਿਨ ਕਿ ਸਿੰਘ ਖੱਡ ਦੇ ਵਿੱਚ ਵੜ ਰਿਹਾ। ਉੱਥੇ ਉਹਨਾਂ ਨੇ ਆਪਣੀ ਤਾੜਨਾ ਰੱਖੀ, ਪਤਾ ਲੱਗਾ ਵੀ ਇਹਦੇ ਵਿੱਚ ਰਹਿੰਦੇ ਆ ਖੱਡ 'ਚ। ਇਹ ਜਿਹੜੀ ਜ਼ਮੀਨ ਦੇ ਵਿੱਚ ਪੁੱਟ ਕੇ ਇਹਨਾਂ ਨੇ ਖੱਡ ਬਣਾਈ ਹੈ। ਉਸ ਜਸੂਸ ਨੇ ਜਾ ਕੇ ਮੁਖਬਰੀ ਕੀਤੀ। ਜੋ ਪਈ ਸੁਨਤ ਫੌਜ ਤੁਰ ਕਨ ਚੜਿਆਈ। ਉਹਨੇ ਫੌਜਦਾਰ ਨੂੰ ਜਾ ਕੇ ਆਖਿਆ, ਫੌਜਦਾਰ ਜੀ ਤੁਹਾਡੀ ਨੱਕ ਦੇ ਥੱਲੇ ਸਿੰਘ ਰਹਿੰਦੇ ਆ, ਤੁਹਾਨੂੰ ਪਤਾ ਹੀ ਨਹੀਂ। ਉਹ ਕਹਿੰਦਾ ਕਿੱਥੇ ਰਹਿੰਦੇ ਆ? ਕਹਿੰਦਾ ਉਹ ਫਲਾਣੀ ਜਗ੍ਹਾ ਦੇ ਉੱਤੇ ਮੀਰਾਂਕੋਟ ਤੋਂ ਕੁਝ ਦੂਰੀ ਤੇ ਇੱਕ ਖੱਡ ਹੈ ਜੰਗਲ ਦੇ ਵਿੱਚ, ਉਸ ਖੱਡ ਦੇ ਵਿੱਚ ਰਹਿੰਦੇ ਆ ਸਿੰਘ। 8-10 ਸਿੰਘ ਬੜੇ ਹੁੰਦੇ ਆ, ਉਹਦੇ ਵਿੱਚ ਨਿਕਲਦੇ ਮੈਂ ਆਪ ਵੇਖੇ ਨੇ। ਫੌਜਦਾਰ ਨੇ ਆਖਿਆ, ਦੱਸੋ ਜਸੂਸਾ ਕਿਸ ਪਾਸੇ ਆ ਉਹ ਖੱਡ, ਮੈਂ ਹੁਣੇ ਚੱਲਦਾ ਹਾਂ। ਇੱਕ ਔਰ ਟੁਕ ਬਹੀ ਛਿਪਾਈ। ਕਹਿਣ ਲੱਗਾ ਦੱਸ ਕਿੱਥੇ ਉਹ ਕਿਹਨੇ ਛੁਪਾ ਕੇ ਰੱਖੇ ਹੋਏ ਨੇ, ਉਹਨਾਂ ਸਿੰਘਾਂ ਨੂੰ ਕਿਹਨੇ ਆਪਣੇ ਕੋਲ ਲੁਕਾਇਆ ਹੋਇਆ। ਸਿੰਘ ਬੜਤੌਨ ਲੱਖ ਜੇਲੀਨ। ਉਹਨੇ ਵੇਖ ਲਿਆ, ਇੱਕ ਬੰਦਾ ਉੱਥੇ ਬਿਠਾ ਦਿੱਤਾ ਸੀ ਵੀ ਤੂੰ ਵੇਖੀ ਕਿੰਨੇ ਸਿੰਘ ਨੇ, ਇਹ ਪੜਤਾਲ ਰੱਖੀ। ਅੱਗੇ ਕਦੇ 5-7 ਸਿੰਘ ਹੋ ਜਾਂਦੇ, ਕਦੇ 10 ਵੀ ਹੋ ਜਾਂਦੇ। ਜਿਸ ਦਿਨ ਉਹ ਜਸੂਸ ਬਿਠਾਇਆ ਸੀ ਵੀ ਵੇਖੀ ਵੀ ਕਿੰਨੇ ਸਿੰਘ ਨੇ ਉੱਥੇ, ਉਹਨੇ ਪੜਤਾਲ ਕੀਤੀ ਕਿ ਇੱਥੇ 3 ਸਿੰਘ ਅੱਜ ਬੜੇ ਨੇ, ਕਿਉਂਕਿ ਗਿਣਤੀ ਵੀ ਪਤਾ ਕਰਨੀ ਸੀ ਫੌਜਦਾਰ ਨੇ ਵੀ ਕਿੰਨੇ ਸਿੰਘ ਨੇ, ਇਹ ਪਤਾ ਕਰੋ। ਵੇਖਿਆ ਵੀ ਖੱਡ ਦੇ ਵਿੱਚ 3 ਸਿੰਘ ਅੱਜ ਬੜੇ ਹਨ। ਤੈਂ ਉਸ ਵਕਤ ਸਿੰਘ ਥੇ 3। ਉਸ ਵਕਤ 3 ਹੀ ਸਿੰਘ ਸਨ ਉੱਥੇ ਜਦੋਂ ਫੌਜਦਾਰ ਨੂੰ ਇਹ ਚੜਾ ਕੇ ਲਿਆਇਆ। ਲੱਦਾ ਸਿੰਘ ਜੋ ਭੰਗੂ ਸੁਨਾਇਓ। ਕਹਿੰਦੇ ਇੱਕ ਤਾਂ ਮੇਰਾ ਤਾਇਆ ਸੀ ਭਾਈ ਲੱਦਾ ਸਿੰਘ ਭੰਗੂ, ਮੀਰਾਂਕੋਟ ਦਾ ਰਹਿਣ ਵਾਲਾ।
ਕਹਿੰਦੇ ਇੱਕ ਤਾਂ ਉਹ ਸੀ ਉਸ ਖੱਡ ਵਿੱਚ, ਰਾਮ ਸਿੰਘ ਲੰਬੇ ਹੇਹਰ ਗਾਇਓ। ਕਹਿੰਦੇ ਦੂਜਾ ਸੀ ਭਾਈ ਰਾਮ ਸਿੰਘ ਲੰਬਿਆਂ ਵਾਲਾ, ਉਹ ਹੇਹਰ ਗੋਤ ਦਾ ਧਾਰਨੀ ਸੀ। ਸੁਲੱਖਣ ਸਿੰਘ ਗਿੱਲ ਥੋ ਆਹੇ। ਤੀਜਾ ਸੀ ਭਾਈ ਸੁਲੱਖਣ ਸਿੰਘ ਗਿੱਲ। ਇਹ ਤਿੰਨ ਸਿੰਘ ਉਸ ਖੱਡ ਦੇ ਵਿੱਚ ਵੜੇ ਹੋਏ ਸੀ ਉਸ ਵੇਲੇ। ਜਦੋਂ ਉਹਨਾਂ ਦੀ ਜਸੂਸੀ ਹੋਈ, ਮੁਖਬਰੀ ਹੋਈ, ਤੇ ਫੌਜਦਾਰ ਫੌਜ ਲੈ ਕੇ ਉਹਨਾਂ ਤਿੰਨਾਂ ਸਿੰਘਾਂ ਨੂੰ ਮਾਰਨ ਲਈ ਆਇਆ। ਲੀਨੇ ਤੁਰਕਨ ਵੜਤ ਦਰਸਾਏ। ਤੁਰਕਾਂ ਨੇ ਵੀ ਵੜਦੇ ਵੇਖ ਲਏ ਵੀ ਤਿੰਨ ਸਿੰਘ ਹਨ ਇੱਥੇ, ਉਹਨਾਂ ਨੇ ਪੂਰੀ ਪੜਤਾਲ ਕਰ ਲਈ। ਕਰ ਕੈ ਉਠਾਵਨ ਤੁਰਕ ਤੁਰਤ ਪਏ। ਉਸੇ ਵੇਲੇ ਤੁਰਕਾਂ ਨੇ ਆਪਣੀ ਫੌਜ ਦੇ ਸਮੇਤ ਉਹਨਾਂ ਤਿੰਨਾਂ ਸਿੰਘਾਂ ਤੇ ਹਮਲਾ ਕਰਨ ਵਾਸਤੇ ਚਾਲਾ ਮਾਰਿਆ। ਵੜਤ ਪਤਾਲ ਸਿੰਘ ਆਕੀ ਪਏ। ਹੁਣ ਸਿੰਘਾਂ ਨੂੰ ਪਤਾ ਲੱਗਾ ਵੀ ਬਾਹਰ ਤੁਰਕ ਆ ਗਏ ਨੇ। ਉਹ ਤਿੰਨੇ ਸਿੰਘ ਉਹਦੇ ਵਿੱਚ ਹੀ, ਖੱਡ ਵਿੱਚ ਹੀ ਆਕੀ ਹੋ ਗਏ, ਪਤਾਲ ਦੇ ਵਿੱਚ ਹੀ ਕਹਿੰਦੇ ਆਕੀ ਹੋ ਗਏ। ਮਾਨੋ ਧਰਤੀ ਨੇ ਵੀ ਜਗ੍ਹਾ ਦੇ ਦਿੱਤੀ ਖਾਲਸੇ ਨੂੰ ਆਕੀ ਹੋਣ ਵਾਸਤੇ ਕਿ ਖਾਲਸਾ ਜੀ ਆ ਜਾਓ ਤੁਸੀਂ ਮੇਰੀ ਗੋਦ ਵਿੱਚ, ਇਹਨਾਂ ਤੁਰਕਾਂ ਤੋਂ ਮੈਂ ਤੁਹਾਨੂੰ ਰੱਖ ਲੈਣੀ ਆ। ਵੇਖੋ ਖਾਲਸੇ ਨੇ ਧਰਤੀ ਵਿੱਚ ਥੱਲੇ ਖੱਡ ਦੇ ਵਿੱਚ ਹੀ ਆਕੀ ਹੋ ਗਏ। ਫੜ ਤਲਵਾਰ ਔਰ ਬੁਗਦੇ ਬਏ। ਉਧਰ ਉਹ ਬਾਹਰ ਤਲਵਾਰਾਂ ਫੜ ਕੇ ਬਹਿ ਗਏ। ਤੁਰਕ ਵੀ ਵਿੱਚੋਂ ਬਾਹਰ ਨਿਕਲਣਗੇ ਤੇ ਮਾਰਾਂਗੇ, ਔਰ ਸ਼ਸਤਰ ਲੈ ਕੇ ਬੈਠ ਗਏ। ਲੜਨ ਕੁਲਨ ਕੋ ਤਿਆਰ ਸੁਪਏ। ਛੁਰੇ ਲੈ ਕੇ ਬਹਿ ਗਏ। ਅੰਦਰ ਸਿੰਘ ਵੀ ਖੱਡਾਂ ਦੇ ਵਿੱਚ, ਵੀ ਜੇ ਅੰਦਰ ਕੋਈ ਵੜੇਗਾ ਉਹਨਾਂ ਨੇ ਵੀ ਆਪਣੀਆਂ ਤਲਵਾਰਾਂ ਜਿਹੜੀਆਂ ਸਨ, ਛੋਟੇ ਕਟਾਰਾਂ, ਕਿਉਂਕਿ ਅੰਦਰ ਖੱਡਾਂ ਵਿੱਚ ਤਾਂ ਤਲਵਾਰਾਂ ਨਹੀਂ ਨਾ ਚੱਲਦੀਆਂ, ਖੱਡ ਛੋਟੀ, ਉਹਦੇ ਵਿੱਚ ਤਾਂ ਛੋਟੇ ਖੰਜਰ ਵਗੈਰਾ ਚੱਲਣੇ ਸੀ। ਉਹ ਖੰਜਰ ਕਟਾਰਾਂ ਲੈ ਕੇ ਸਿੰਘ ਬਹਿ ਗਏ। ਇੱਕ ਗੱਲ ਦਾ ਸਿੰਘਾਂ ਨੂੰ ਸੁੱਖ ਇਹ ਸੀ ਵੀ ਤੁਰਕ ਸਾਰੇ ਨਹੀਂ ਸੀ ਅੰਦਰ ਆ ਸਕਦੇ, ਕੱਲਾ ਕੱਲਾ ਹੀ ਆਉਂਦਾ। ਹੁਣ ਜਿਹੜਾ ਕੱਲਾ ਆਉਂਦਾ ਉਹ ਤਾਂ ਮਾਰਿਆ ਜਾਏਗਾ। ਇਸ ਕਰਕੇ ਸਿੰਘਾਂ ਨੂੰ ਇਸ ਗੱਲ ਦਾ ਹੌਸਲਾ ਵੀ ਸੀ ਤੇ ਫਾਇਦਾ ਵੀ ਸੀ। ਇੱਕ ਦੋ ਦਿਨ ਕੋ ਅਨਾਜ ਥੋ ਮਾਏ। ਸਿੰਘਾਂ ਕੋਲ 2 ਦਿਨ ਦਾ ਕੋਈ ਰਾਸ਼ਨ ਪਾਣੀ ਵੀ ਪਰਮੇਸ਼ਰ ਵੱਲੋਂ ਅੰਦਰ ਸੀਗਾ। ਅੱਗੇ ਨਹੀਂ ਤਾਂ ਕੋਈ ਸਿੰਘ ਆ ਜਾਂਦਾ ਛਕਾ ਦਿੰਦੇ ਸੀ। ਪਰਮੇਸ਼ਰ ਨੇ ਬਣਤ ਬਣਾਈ। ਉਹ ਜਿਹੜੇ ਖੱਡ ਵਿੱਚ 3 ਸਿੰਘ ਨੇ, ਉਹਨਾਂ ਕੋਲ 2 ਦਿਨ ਦਾ ਰਾਸ਼ਨ ਵੀ ਹੈ, ਵੀ ਜੇ 2 ਦਿਨ ਆਕੀ ਰਹਿਣਾ ਵੀ ਪੈ ਗਿਆ ਤਾਂ ਲੰਗਰ ਪ੍ਰਸ਼ਾਦਾ ਅੰਦਰ ਹੈ, ਭੁੱਖਾ ਨਹੀਂ ਮਰਨਾ ਪਵੇਗਾ। ਨੀਰ ਪਤਾਲ ਕੋ ਥੋ ਉਨ ਪਾਏ। ਤੇ ਪਰਮੇਸ਼ਰ ਵੱਲੋਂ ਥੱਲਿਓਂ ਜਦੋਂ ਖੱਡ ਡੂੰਗੀ ਪੁੱਟੀ ਹੋਈ ਸੀ, ਥੱਲਿਓਂ ਪਾਣੀ ਵੀ ਸੀ। ਉਹ ਪਾਣੀ ਵੀ ਸਾਫ਼ ਕਰਕੇ ਸਿੰਘਾਂ ਨੇ ਅੰਦਰ ਪ੍ਰਬੰਧ ਬਣਾਇਆ ਹੋਇਆ ਸੀ। ਇੱਕ ਪ੍ਰਕਾਰ ਦਾ ਘਰ ਹੀ ਬਣਾਇਆ ਸੀ। ਪਿਛਲੇ ਕਈ ਦਿਨਾਂ ਤੋਂ ਰਹਿੰਦੇ ਸੀ ਉੱਥੇ, ਤੇ ਪਾਣੀ ਦੀ ਵੀ ਕਮੀ ਕੋਈ ਨਹੀਂ ਸੀ। ਅੰਦਰੋਂ ਜਲ ਵੀ ਮਿਲ ਜਾਂਦਾ ਹੈ। ਤੁਰਕਨ ਕੇ ਸੋ ਹੱਥ ਨਾ ਆਏ। ਉਹ ਸਿੰਘ ਤੁਰਕਾਂ ਦੇ ਹੱਥ ਨਹੀਂ ਆਏ। ਤੁਰਕ ਬਾਹਰ ਖਲੋਤੇ ਆਵਾਜ਼ਾਂ ਮਾਰਦੇ ਰਹੇ ਅੰਦਰ ਜਾਣ ਨਾ। ਇੱਕ ਦੂਜੇ ਨੂੰ ਕਹਿਣ ਉਹ ਤੂੰ ਜਾ, ਦੂਜਾ ਕਹਿੰਦਾ ਤੂੰ ਜਾ, ਤੀਜਾ ਕਹਿੰਦਾ ਤੂੰ ਜਾ। ਉਹਨਾਂ ਨੂੰ ਪਤਾ ਸੀ ਵੀ ਜਿਹੜਾ ਅੰਦਰ ਗਿਆ ਉਹ ਹੁਣ ਮੁਰਦਾ ਬਣ ਕੇ ਬਾਹਰ ਆਵੇਗਾ। ਤਬ ਤੁਰਕਨ ਯੋ ਮਤੇ ਮਤਾਏ। ਜਦੋਂ ਤੁਰਕਾਂ ਨੇ ਵੇਖਿਆ ਵੀ ਇਹ ਤਾਂ ਹੁਣ ਕਾਬੂ ਨਹੀਂ ਆਉਂਦੇ, ਗੋਲੀਆਂ ਬਾਹਰ ਮੂੰਹ ਦੇ ਉੱਤੇ ਹੀ ਰਹਿ ਜਾਂਦੀਆਂ, ਗੋਲੀਆਂ ਅੰਦਰ ਨਹੀਂ ਜਾਂਦੀਆਂ। ਪਤਾ ਨਹੀਂ ਕਿੰਨੀ ਕੁ ਡੂੰਘੀ ਸੀ ਖੱਡ ਅੰਦਰ, ਉਹਨਾਂ ਨੂੰ ਇਹਦੇ ਬਾਰੇ ਵੀ ਅੰਦਾਜ਼ਾ ਨਹੀਂ ਸੀ, ਹਨੇਰਾ ਹੈ। ਫਿਰ ਤੁਰਕਾਂ ਨੇ ਵਿਉਂਤਬੰਦੀ ਬਣਾਈ। ਦੋਹਰਾ ਮਾਰੋ ਬੰਦੂਕਨ ਸ਼ਲਕ ਬੋ, ਵੱਡ ਹੋਏ ਜਾਏ ਤੂੰ ਆ ਤਾਰ। ਤੁਰਕਾਂ ਨੇ ਆਖਿਆ ਵੀ ਅੰਨ੍ਹੇਵਾਹ ਗੋਲੀਆਂ ਚਲਾ ਦਿਓ ਖੱਡ 'ਚ ਮੂੰਹ ਕਰਕੇ ਬੰਦੂਕਾਂ ਦੇ। ਬੰਦੂਕਾਂ ਦੀਆਂ ਗੋਲੀਆਂ ਚੱਲਣਗੀਆਂ, ਉਹਦਾ ਜਿਹੜਾ ਧੂਆਂ ਹੈ ਬਰੂਦ ਦਾ ਉਹ ਅੰਦਰ ਜਾਏਗਾ ਸੁਰੰਗ ਵਿੱਚ। ਉਸ ਧੂਏ ਨਾਲ ਇਹਨਾਂ ਦੇ ਸਾਹ ਘੁੱਟਣਗੇ ਤੇ ਆਪੇ ਭੱਜ ਕੇ ਬਾਹਰ ਆਉਣਗੇ, ਜਾਂ ਫਿਰ ਅੰਦਰ ਹੀ ਮਾਰੇ ਜਾਣਗੇ। ਇਹ ਵਿਉਂਤ ਤੁਰਕਾਂ ਨੇ ਬਣਾਈ। ਧੂਏ ਨਾਲ ਜਬ ਬੇਹੋਸ਼ ਹੋਏ, ਲਿਓ ਕਾਢ ਕਰ ਮਾਰੇ। ਇਹ ਨਾ ਵੀ ਨਿਕਲੇ ਤੇ ਧੂਆਂ ਇੰਨਾ ਕਰ ਦਿਓ ਗੋਲੀਆਂ ਮਾਰ ਮਾਰ ਕੇ ਕਿ ਧੂਏ ਨਾਲ ਅੰਦਰ ਸਾਹ ਘੁੱਟ ਕੇ ਬੇਹੋਸ਼ ਹੋ ਜਾਣ। ਤੇ ਫਿਰ ਜਦੋਂ ਬੇਹੋਸ਼ੀ ਦੀ ਹਾਲਤ 'ਚ ਅੰਦਰ ਡਿੱਗੇ ਹੋਣਗੇ, ਫਿਰ ਇਹਨਾਂ ਨੂੰ ਖੱਡ ਦੇ ਵਿੱਚੋਂ ਕੱਢ ਕੇ ਬਾਹਰ ਲੈ ਕੇ ਆਵਾਂਗੇ। ਚੋਪਈ ਸਭ ਬੰਦੂਕ ਮਦ ਖੰਡਨ ਜੋਰੀ। ਕਹਿੰਦੇ ਇਹਨਾਂ ਨੇ ਸਾਰੀਆਂ ਬੰਦੂਕਾਂ ਖੱਡ ਦੇ ਮੂੰਹ ਤੇ ਜੋੜ ਲਈਆਂ ਭਰ ਕੇ। 15-20 ਬੰਦੂਕਾਂ ਜਿੰਨੀਆਂ ਖੱਡ ਦੇ ਮੂੰਹ ਤੇ ਆਉਂਦੀਆਂ ਸੀ
ਉਸ ਖੱਡ ਦੇ ਮੂੰਹ ਦੇ ਕੋਲ, ਸੁਰੰਗ ਦੇ ਮੂੰਹ ਦੇ ਕੋਲ ਉਹ ਬੰਦੂਕਾਂ ਦੀਆਂ ਗੋਲੀਆਂ ਜੋੜ ਲਈਆਂ, ਬੰਦੂਕਾਂ ਦੇ ਮੂੰਹ ਜੋੜ ਲਏ। ਬਹੁਤ ਬਰਸਾਈ ਅੰਦਰ ਗੋਰੀ, ਅੰਧਾ ਧੁੰਦ ਗੋਲੀਆਂ ਚਲਾਣ ਲੱਗੇ, ਦਾਗਣ ਲੱਗੇ। ਦੋ ਦੋ ਗਾੜੇ ਜਿਹੜੇ ਦੋ ਦੋ ਗੋਲੀਆਂ ਸਨ ਦੁਗਾੜਿਆਂ ਦੇ, ਉਹ ਉਹਨਾਂ ਨੇ ਦਾਗੀਆਂ, ਫਿਰ ਭਰ ਕੇ ਚਲਾਉਂਦੇ, ਫਿਰ ਭਰ ਕੇ ਚਲਾਉਂਦੇ। ਤੂੰ ਤਾਰ ਤੈ ਪਇਓ ਕਨੇਰੋ, ਹੁਣ ਖੱਡ ਦੇ ਵਿੱਚੋਂ ਧੂਆਂ ਨਿਕਲਣ ਲੱਗਾ ਬਾਹਰ ਨੂੰ ਵੀ, ਤੇ ਅੰਦਰ ਵੀ ਤਾਂ ਗਿਆ ਹੋਵੇਗਾ। ਏਦਾਂ ਜਾਪਦਾ ਮਾਨੋ ਜਿਵੇਂ ਅੰਦਰ ਖੱਡ ਦੇ ਅੱਗ ਲੱਗ ਗਈ ਹੋਵੇ, ਤੇ ਉਹ ਧੂਆਂ ਹੀ ਧੂਆਂ ਖੱਡ ਦੇ ਵਿੱਚ ਭਰ ਗਿਆ। ਈਓ ਹੁਟਿਓ ਯੋ ਪਇਓ ਅੰਧੇਰੋ, ਅੰਦਰ ਸਿੰਘਾਂ ਦਾ ਸਾਹ ਘੁੱਟਣ ਲੱਗਾ। 3 ਸਿੰਘ ਸਨ। ਸੁਰੰਗ ਦੇ ਵਿੱਚ ਸਾਹ ਲੈਣਾ ਵੀ ਉਦਾਂ ਹੀ ਔਖਾ ਹੁੰਦਾ, ਕਿਹੜਾ ਕੋਈ ਆਲੇ ਦੁਆਲੇ ਹਵਾ ਦਾ ਪ੍ਰਬੰਧ ਸੀ। ਜਿੱਥੋਂ ਹਵਾ ਆਉਂਦੀ ਸੀ ਉੱਥੋਂ ਗੋਲੀਆਂ ਆ ਰਹੀਆਂ ਨੇ। ਇੱਕ ਵਾਰੀ ਤਾਂ ਸਿੰਘਾਂ ਦਾ ਦਿਲ ਘਬਰਾਇਆ, ਅੰਦਰ ਸਾਹ ਹੁੱਟਿਆ। ਤਬੋਨ ਸਿੰਘਨ ਬੜ ਦੁੱਖ ਲਇਓ, ਬੜੀ ਵੱਡੀ ਤਕਲੀਫ ਵਿੱਚ ਸਨ ਉਹ ਸਿੰਘ। ਕਦੇ ਚਿੰਤਨ ਕਰਕੇ ਵੇਖੀਏ ਕਿ ਕਿਤਨਾ ਭਾਰੀ ਦੁੱਖ ਉਸ ਵੇਲੇ ਉਹਨਾਂ ਸਿੰਘਾਂ ਨੂੰ ਉੱਥੇ ਮਹਿਸੂਸ ਹੋ ਰਿਹਾ ਹੋਵੇਗਾ। ਆ ਲਿਫਟ ਹੁੰਦੀ ਆ, ਕਈ ਉਸ ਲਿਫਟ 'ਚ ਵੜ ਜਾਣ ਤਾਂ ਸਾਹ ਘੁੱਟਣ ਲੱਗ ਪੈਂਦਾ ਉਹਨਾਂ ਦਾ, ਹੌਲ ਪੈਣ ਲੱਗ ਪੈਂਦਾ ਉਹਨਾਂ ਨੂੰ। ਉਹਨਾਂ ਦਾ ਚਿੱਤ ਕਰਦਾ ਭੱਜ ਕੇ ਨਿਕਲੀਏ ਇੱਥੋਂ ਬਾਹਰ। ਹਾਲਾਂਕਿ ਉੱਥੇ ਕੋਈ ਬਹੁਤਾ ਇੰਨਾ ਜ਼ਿਆਦਾ ਘੁੱਟ ਨਹੀਂ ਹੁੰਦਾ, ਹਵਾ ਵਿੱਚ ਆਉਂਦੀ ਹੁੰਦੀ ਹੈ। ਪਰ ਇੱਥੇ ਉਹਨਾਂ ਸਿੰਘਾਂ ਦਾ ਕੀ ਹਾਲ ਹੁੰਦਾ ਹੋਵੇਗਾ ਜਦੋਂ ਹਵਾ ਵਾਲੀ ਜਗ੍ਹਾ ਤੋਂ ਧੂਆਂ ਆ ਰਿਹਾ ਅੰਦਰ। ਇੱਕ ਵਾਰੀ ਉਹ ਸਿੰਘ ਕਹਿੰਦੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਅੰਦਰ। ਧੂਆਂ ਰੋਕਣ ਯਤਨੋ ਨ ਕਇਓ, ਸਿੰਘਾਂ ਨੇ ਧੂਆਂ ਰੋਕਣ ਦਾ ਪ੍ਰਬੰਧ ਕੀਤਾ ਵੀ ਕਿਸੇ ਥੋੜਾ ਜਿਹਾ ਅੱਗੇ ਆ ਕੇ ਨਾ ਖੱਡ ਦੇ ਮੂੰਹ ਦੇ ਕੋਲ ਨੇੜੇ ਜੀ ਧੂਆਂ ਰੋਕਣ ਦਾ ਪ੍ਰਬੰਧ ਕੀਤਾ ਕਿ ਅੰਦਰ ਧੂਆਂ ਨਾ ਆਵੇ। ਹੋਤੇ ਲੀੜੇ ਜੋਨ ਕੇ ਪਾਹੇ, ਸਿੰਘਾਂ ਦੇ ਕੋਲ ਜਿਹੜੇ ਲੀੜੇ ਸੀ ਨਾ, ਕੱਪੜੇ ਸਨ ਉਹਨਾਂ ਦੇ ਪਾਏ ਹੋਏ। ਤੈ ਖੱਡਨ ਮੁਖ ਰੋਕਿਓ ਆਏ, ਉਹ ਖੱਡ ਦੇ ਮੂੰਹ ਦੇ ਅੱਗੇ ਲਾ ਕੇ ਨਾ ਕੱਪੜੇ, ਉਹਨਾਂ ਨੇ ਕਿਸੇ ਤਰੀਕੇ ਧੂਆਂ ਰੋਕਿਆ ਵੀ ਧੂਆਂ ਅੰਦਰ ਨਾ ਆਵੇ। ਫਿਰ ਤੁਰ ਕਨ ਕੇ ਯੋਂ ਚਿਤ ਆਈ, ਏਦਾਂ ਕੁਝ ਸਮੇਂ ਲਈ ਉਹਨਾਂ ਨੇ ਧੂਆਂ ਰੋਕ ਕੇ ਰੱਖਿਆ, ਪਰ ਉਹ ਕੱਪੜਿਆਂ 'ਚ ਕਿੰਨਾ ਕੁ ਧੂਆਂ ਰੋਕ ਸਕਦੇ ਸੀ। ਬਾਹਰ ਜਿਹੜੇ ਤੁਰਕ ਸਨ ਉਹਨਾਂ ਨੇ ਵੇਖਿਆ ਵੀ ਹਾਲੇ ਵੀ ਗੱਲ ਨਹੀਂ ਬਣੀ ਜਾਪਦੀ, ਅੰਦਰੋਂ ਅਜੇ ਵੀ ਜਕਾਰਿਆਂ ਦੀ ਆਵਾਜ਼ ਆਉਂਦੀ, ਬੇਹੋਸ਼ ਨਹੀਂ ਹੋਏ। ਤਾਂ ਉਸ ਵੇਲੇ ਤੁਰਕਾਂ ਨੇ ਫੇਰ ਇਹ ਵਿਚਾਰ ਕੀਤੀ, ਫੜ ਲੋਕਨ ਖੱਡ ਲਿਓ ਪੁਟਾਈ। ਉਹਨਾਂ ਆਖਿਆ ਲਾਗੇ ਪਿੰਡਾਂ ਦੇ ਲੋਕਾਂ ਨੂੰ ਸੱਦੋ, ਉਹਨਾਂ ਨੂੰ ਆਖੋ ਕਈਆਂ ਲੈ ਕੇ ਆਓ ਤੇ ਕਈਆਂ ਦੇ ਨਾਲ ਇਹ ਖੱਡ ਪੁੱਟ ਸੁੱਟੋ। ਉਹ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਸੱਦ ਕੇ ਉਹਨਾਂ ਕੋਲੋਂ ਕਈਆਂ ਦੇ ਨਾਲ ਖੱਡ ਪਟਾਉਣੀ ਸ਼ੁਰੂ ਕੀਤੀ। ਕਰ ਸਲਾਹ ਇਮ ਫੌਜ ਚੜ੍ਹਤਾਈ, ਸਲਾਹ ਕਰਕੇ ਫੌਜਾਂ ਨੇ ਪਿੰਡਾਂ ਦੇ ਵਿੱਚੋਂ ਲੋਕ ਇਕੱਠੇ ਕਰਕੇ ਲਿਆਂਦੇ। ਆਏ ਲੋਕ ਕਰ ਕਹੀ ਫੜਾਈ, ਲੋਕਾਂ ਦੇ ਹੱਥਾਂ ਵਿੱਚ ਕਈਆਂ ਫੜਾਈਆਂ ਹੋਈਆਂ ਹਨ। ਆਏ ਲੋਕਨ ਇਮ ਕਰ ਚਤੁਰਾਈ, ਲੋਕ ਏਦਾਂ ਚਤਰਾਈ ਕਰਕੇ ਆਏ। ਉਹ ਨੇੜੇ ਤੇੜੇ ਪਿੰਡਾਂ ਦੇ ਲੋਕ ਥੋੜੇ ਜਿਹੇ ਸਿੰਘਾਂ ਦੀ ਹਮਾਇਤ ਵੀ ਰੱਖਦੇ ਸੀ। ਉਹਨਾਂ ਆਖਿਆ ਵੀ ਆਪਾਂ ਜਾਣ ਬੁੱਝ ਕੇ ਕੋਈ ਏਦਾਂ ਦਾ ਕੰਮ ਕਰੀਏ ਵੀ ਖੱਡ ਪੁੱਟੀਏ ਹੀ ਨਾ। ਉਹ ਕਹਿੰਦੇ ਕਿੱਦਾਂ ਕਰੀਏ? ਉਹਨਾਂ ਨੇ ਜਾਣ ਕੇ ਜਿਹੜੀਆਂ ਕਈਆਂ ਲਿਆਏ, ਕਈਆਂ ਤਾਂ ਆਪਣੀਆਂ ਲਿਆਣੀਆਂ ਸੀ, ਉਹਨਾਂ ਦੀਆਂ ਚੂੜਾਂ ਢਿੱਲੀਆਂ ਕਰ ਦਿੱਤੀਆਂ ਕਈਆਂ ਦੀਆਂ, ਵੀ ਜਦੋਂ ਉੱਥੇ ਜਾਵਾਂਗੇ ਪੁੱਟਾਂਗੇ ਤੇ ਕਈਆਂ ਦੇ ਦਸਤੇ ਨਿਕਲ ਜਾਣਗੇ ਬਾਹਰ। ਅਸੀਂ ਆਖਾਂਗੇ ਕੋਈ ਨਹੀਂ, ਅਸੀਂ ਦੁਬਾਰਾ ਠੋਕ ਕੇ ਲਿਆਉਂਦੇ ਹਾਂ ਦਸਤੇ ਘਰਾਂ 'ਚ, ਜਿੰਨਾ ਟਾਈਮ ਨਿਕਲ ਜੇ ਪਾਸ ਹੋ ਜੇ ਉਹੀ ਚੰਗੀ ਗੱਲ ਹੈ। ਹੋ ਸਕਦਾ ਉਹਨੇ ਨੂੰ ਕੁਝ ਹੋਰ ਸਿੰਘ ਆ ਜਾਣ ਇਹਨਾਂ ਸਿੰਘਾਂ ਦੀ ਮਦਦ ਵਾਸਤੇ। ਤੋ ਪਿੰਡਾਂ ਵਾਲਿਆਂ ਨੇ ਇਹ ਚਤਰਾਈ ਕੀਤੀ, ਕਸੀਆਂ ਦੇ ਪੁੱਟਣ ਦੇ ਲਾਈ। ਜਦੋਂ ਕਈਆਂ ਲਿਆਏ ਤੇ ਉਹਨਾਂ ਨੂੰ ਕਹਿਣ ਲੱਗੇ ਫੌਜਦਾਰ ਪੁੱਟੋ ਕਈਆਂ ਦੇ ਨਾਲ, ਤੇ ਪਿੰਡਾਂ ਵਾਲੇ ਲੋਕ ਜਿਹੜੇ ਲਿਆਂਦੇ ਸਨ ਫੜ ਕੇ ਖੱਡ ਪੁੱਟਣ। ਉਹ ਖੱਡ ਹੈ ਵੀ ਮਜ਼ਬੂਤ ਬੜੀ ਸੀ, ਲੋਹੇ ਵਰਗੀ ਜ਼ਮੀਨ ਜਿਵੇਂ ਹੋ ਜਾਂਦੀ ਏਦਾਂ ਦੀ ਖੱਡ ਸੀ, ਉੱਥੇ ਕਈ ਚੱਲਣੀ ਵੀ ਨਹੀਂ ਸੀ। ਕਹਿੰਦੇ ਜਦੋਂ ਲਿਆ ਕੇ ਲੋਕਾਂ ਨੇ ਕਈਆਂ ਦੇ ਨਾਲ ਖੱਡ ਨੂੰ ਪੁੱਟਣਾ ਚਾਹਿਆ, ਜਬ ਪੁੱਟੇ ਤਬ ਉਖੜ ਜਾਏ। ਉਹ 2-3 ਜਣੇ ਆਉਂਦੇ, ਕਈ ਮਾਰਦੇ ਨੇ, ਉਹ ਕਈ ਉਖੜ ਜਾਂਦੀ ਹੈ। ਪਿੱਛੋਂ ਤੀਜਾ ਆਉਂਦਾ, ਉਹ ਮਾਰਦਾ, ਕਈ ਉਹਦੀ ਵੀ ਉਖੜ ਜਾਂਦੀ ਹੈ। ਵੀ ਜਿੰਨਿਆਂ ਨੇ ਕਈਆਂ ਮਾਰੀਆਂ, ਜਾਂ ਇਦਾਂ ਕਹਿ ਲਈਏ ਵੀ ਪ੍ਰਮਾਤਮਾ ਦੀ ਖੇਡ ਵਰਤ ਰਹੀ ਹੈ, ਸ਼ਹੀਦੀ ਪਹਿਰਾ ਵਰਤ ਰਿਹਾ।
ਕਿਸੇ ਦੀ ਵੀ ਕਈ ਕਹਿੰਦੇ ਉਹ ਤੇ ਸਾਬਤ ਨਹੀਂ ਰਹੀ, ਦਸਤਾ ਨਿਕਲ ਜਾਇਆ ਕਰੇ, ਉਹਨਾਂ ਦੀਆਂ ਕਈਆਂ ਟੁੱਟ ਜਾਇਆ ਕਰਨ। ਨਾਲੇ ਲੱਤ ਮੁੱਕੀ ਜੱਟ ਪੀ ਖਾਏ। ਪਿੱਛੋਂ ਫੌਜਦਾਰ ਜਿਹੜੇ ਸਨ ਉਹ ਠਾ ਮੁੱਕਾ ਮਾਰਦੇ ਆ, ਉਹ ਕਹਿੰਦੇ ਤੂੰ ਇਹ ਕਈਆਂ ਲੈ ਕੇ ਆਏ ਹੋ, ਤੁਸੀਂ ਕੀ ਕਰਦੇ ਹੋ? ਪਿੱਛੋਂ ਕੋਈ ਠੁੱਡਾ ਮਾਰਦਾ ਉਹਨਾਂ ਨੂੰ, ਕੋਈ ਚਪੇੜ ਮਾਰਦਾ। ਏਦਾਂ ਉਹਨਾਂ ਲੋਕਾਂ ਨੂੰ ਫੌਜਦਾਰ ਕੁੱਟਦੇ ਹਨ। ਦੋਹਰਾ ਕਹੀ ਠੁਕਾਵਨ ਖਾਤਰੇ ਸੱਦਣ ਗਏ ਤਰਖਾਣ। ਹੁਣ ਉਹ ਜ਼ਿਮੀਂਦਾਰ ਕਹਿਣ ਲੱਗੇ ਫੌਜਦਾਰ ਨੂੰ ਵੀ ਅਸੀਂ ਪਿੰਡ ਚੱਲੇ ਆ, ਸਾਡੇ ਪਿੰਡ ਤਰਖਾਣ ਰਹਿੰਦਾ, ਉਹਨੂੰ ਸੱਦ ਲਿਆਈਏ। ਤੇ ਉਹ ਲਿਆ ਕੇ ਤੇ ਉਹਦੇ ਕੋਲੋਂ ਕਈਆਂ ਠਕਾ ਲੈਨੇ ਆ ਚੰਗੀ ਤਰ੍ਹਾਂ, ਦਸਤੇ ਮਜ਼ਬੂਤ ਹੋ ਜਾਣਗੇ ਤੇ ਫਿਰ ਅਸੀਂ ਇਹ ਖੱਡ ਪੁੱਟਾਂਗੇ। ਏਦਾਂ ਕਹਿ ਕੇ ਉਹ ਜ਼ਿਮੀਂਦਾਰ ਪਿੰਡਾਂ ਨੂੰ ਗਏ। ਤੋਲੋ ਰਾਤ ਸੋ ਢੁਕ ਪਈ ਫੌਜ ਚਾਏ ਡੇਰੇ ਜਾਣ। ਏਦਾਂ ਜਾਂਦਿਆਂ ਆਉਂਦਿਆਂ ਗੇੜੇ ਲਾਉਂਦਿਆਂ ਤਕਰੀਬਨ ਦਿਨ ਬੀਤ ਗਿਆ ਤੇ ਸ਼ਾਮ ਪੈ ਗਈ, ਤਰਕਾਲਾਂ ਪੈ ਗਈਆਂ, ਸੰਧਿਆ ਵੇਲਾ ਹੋ ਗਿਆ, ਹਨੇਰਾ ਪੈਣ ਦੇ ਨੇੜੇ ਆ ਗਿਆ, ਦਿਨ ਬੀਤ ਗਿਆ। ਚੋਪਈ ਤਬ ਤੁਰਕਨ ਮਤ ਓਰੇ ਕਈ। ਹੁਣ ਤੁਰਕਾਂ ਨੇ ਵੇਖਿਆ ਵੀ ਰਾਤ ਨੂੰ ਤਾਂ ਇਹ ਸ਼ੇਰ ਬਣ ਜਾਂਦੇ ਨੇ, ਵੀ ਰਾਤ ਨੂੰ ਹੋਰ ਫੌਜ ਆ ਗਈ ਜੰਗਲ 'ਚ ਤੇ ਸਾਡਾ ਔਖਾ ਹੋ ਜਾਣਾ। ਉਹਨਾਂ ਆਖਿਆ ਵੀ ਆਪਾਂ ਹੁਣ ਚੱਲੀਏ ਵਾਪਸ ਡੇਰੇ, ਪਰ ਜਾਣ ਤੋਂ ਪਹਿਲਾਂ ਏਦਾਂ ਕਰੀਏ ਖੱਡ ਪਰ ਈਂਧਨ ਅੱਗ ਲਾਏ ਦਈ। ਕਹਿੰਦੇ ਵੀ ਇਹ ਖੱਡ ਦਾ ਮੂੰਹ ਲੱਕੜਾਂ ਨਾਲ ਭਰ ਕੇ ਨਾ, ਲੱਕੜਾਂ ਪਾ ਦਈਏ ਮੂੰਹ 'ਚ ਸਾਰੀਆਂ, ਤੇ ਫਿਰ ਉਹਨਾਂ ਲੱਕੜਾਂ ਨੂੰ ਅੱਗ ਲਾ ਦਈਏ ਤੇ ਅੱਗ ਦਾ ਸੇਕ ਜਾਏਗਾ ਅੰਦਰ ਖੱਡ ਵਿੱਚ, ਤਾਂ ਸੜਨਗੇ, ਅੰਦਰ ਮਰਨਗੇ, ਬਾਹਰ ਨਿਕਲ ਨਹੀਂ ਸਕਣਗੇ, ਅੱਗ ਬਲਦੀ ਹੋਵੇਗੀ। ਉਸ ਅੱਗ ਦੇ ਸੇਕ ਨਾਲ ਹੀ ਅੰਦਰ ਭੁੱਜ ਜਾਣਗੇ, ਸੜ ਜਾਣਗੇ। ਏਦਾਂ ਇਹਨਾਂ ਨੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਖੱਡ ਦੇ ਮੂੰਹ ਵਿੱਚ ਰੱਖ ਕੇ ਨਾ ਉਹਨੂੰ ਅੱਗ ਲਾ ਦਿੱਤੀ ਮਲੇਛਾਂ ਨੇ। ਅਗਨ ਪਹੁੰਚ ਦਏ ਕੱਪੜੇ ਸਾੜੀ। ਹੁਣ ਉਹ ਜਿਹੜੇ ਸਿੰਘਾਂ ਨੇ ਕੱਪੜੇ ਲਾਏ ਸੀ ਧੂਆਂ ਰੋਕਣ ਨੂੰ, ਅੱਗ ਉੱਥੇ ਪਹੁੰਚ ਕੇ ਉਹਨਾਂ ਕੱਪੜਿਆਂ ਨੂੰ ਉਹਨੇ ਸਾੜ ਦਿੱਤਾ ਅੱਗ ਤੇ। ਜਿਹੜਾ ਖੱਡ ਦਾ ਮੂੰਹ ਰੋਕਿਆ ਸੀ ਉਹਨਾਂ ਕੱਪੜਿਆਂ ਨੂੰ ਅੱਗ ਲੱਗ ਗਈ ਤੇ ਕੱਪੜੇ ਸਾੜਨ ਲੱਗੀ। ਇਮ ਸਿੰਘਨ ਕੋ ਭਈ ਖਵਾਰੀ। ਬਹੁਤ ਜ਼ਿਆਦਾ ਖੁਆਰੀ ਹੋਈ ਸਿੰਘਾਂ ਨੂੰ, ਬਹੁਤ ਜ਼ਿਆਦਾ ਭਿਆਨਕ ਸਮਾਂ ਬਣਿਆ ਹੋਇਆ ਖਾਲਸੇ ਉੱਤੇ। ਫਿਰ ਸਿੰਘਨ ਕੀਓ ਯਤਨ ਸੋ ਔਰ। ਜਦੋਂ ਵੇਖਿਆ ਵੀ ਅੱਗ ਹੁਣ ਕੱਪੜਿਆਂ ਨਾਲ ਥੋੜੀ ਅੱਗ ਰੁਕਣੀ ਸੀ, ਕੱਪੜੇ ਨੂੰ ਤਾਂ ਸਾੜ ਕੇ ਹੋਰ ਮਚੀ ਜਾਂਦੀ ਹੈ। ਸਿੰਘਾਂ ਨੇ ਫਿਰ ਉਹਨਾਂ ਤਿੰਨੇ ਸਿੰਘ, ਹੌਸਲਾ ਵੇਖੋ ਉਹਨਾਂ ਦਾ, ਸਵੇਰ ਤੋਂ ਲੈ ਕੇ ਰਾਤ ਪੈ ਗਈ ਹੈ ਉਸ ਖੱਡ ਦੇ ਵਿੱਚ, ਤੇ ਕਿੰਨਾ ਹੌਸਲਾ ਦਲੇਰੀ ਉਹਨਾਂ ਦੇ ਅੰਦਰ। ਉਹਨਾਂ ਨੇ ਹਥਿਆਰ ਨਹੀਂ ਸੁੱਟੇ, ਗੋਲੀਆਂ ਦੇ ਧੂਏ ਦੇ ਨਾਲ ਕਿੰਨੀ ਉਹਨਾਂ ਦੀ ਅੰਦਰ ਦਮ ਘੁੱਟਿਆ, ਸਾਹ ਘੁੱਟਿਆ, ਪਰ ਉਹਨਾਂ ਨੇ ਆਪਣਾ ਧੀਰਜ ਨਹੀਂ ਹਾਰਿਆ। ਕਿੱਡਾ ਬਲੀ ਧੀਰਜ ਸੀ ਉਹਨਾਂ ਦੇ ਅੰਦਰ। ਕਲਗੀਧਰ ਦੇ ਮਹਾਵਾਕ ਉਹਨਾਂ ਦੇ ਹਿਰਦੇ 'ਚ ਵਸਦੇ ਨੇ। ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੈ। ਆਪਣੇ ਸਰੀਰਾਂ ਨੂੰ ਧੀਰਜ ਦਾ ਘਰ ਬਣਾਇਆ ਹੋਇਆ ਧੀਰਜ। ਮਾਨੋ ਧਰਤੀ ਵੀ ਹੈਰਾਨ ਹੋ ਰਹੀ ਹੈ ਕਿ ਮੈਨੂੰ ਧੀਰਜੀ ਕਿਹਾ ਜਾਂਦਾ ਹੈ, ਪਰ ਇਹਨਾਂ ਸਿੰਘਾਂ ਵਿੱਚ ਮੇਰੇ ਨਾਲੋਂ ਵੀ ਵੱਧ ਧੀਰਜ ਹੈ। ਹੁਣ ਕੱਪੜੇ ਜਦੋਂ ਸੜਨ ਲੱਗੇ ਤੇ ਸਿੰਘਾਂ ਨੇ ਹੁਣ ਹੋਰ ਤਰੀਕਾ ਅਪਣਾਇਆ। ਸੁਣੋ ਕੀ ਤਰੀਕਾ ਸੀ। ਗਿੱਲੀ ਮਿੱਟੀ ਸੋ ਮੂੰਦੀ ਠੌਰ। ਪਾਣੀ ਤਾਂ ਸੀਗਾ ਹੀ ਅੰਦਰ, ਉਹ ਮਿੱਟੀ ਚੁੱਕ ਕੇ ਨਾ ਪਾਣੀ ਦੇ ਨਾਲ ਗੁੰਦ ਕੇ ਉਹਨੂੰ ਗਿੱਲਾ ਕਰਕੇ ਉਹਦੇ ਨਾਲ ਮੂੰਹ ਬੰਦ ਕਰਨ ਲੱਗੇ। ਗਿੱਲੀ ਮਿੱਟੀ ਦੇ ਉੱਤੇ ਜਦੋਂ ਅੱਗ ਲੱਗੇਗੀ ਅੰਦਰ ਨਹੀਂ ਆਏਗੀ। ਖੱਡ ਦਾ ਜਿਹੜਾ ਮੂੰਹ ਸੀ ਉਹ ਮਿੱਟੀ ਦੇ ਭੇਲੇ ਸਨ ਅੰਦਰ ਪਏ, ਉਹ ਭੇਲੇ ਰੱਖੇ ਹੋਏ ਸੀ ਵੀ ਆਏਗਾ ਕੋਈ ਮਾਰਾਂਗੇ ਬਾਹਰ, ਉਹੀ ਕੰਮ ਆਏ। ਉਹ ਮਿੱਟੀ ਦੇ ਭੇਲਿਆਂ ਨੂੰ ਗੋ ਕੇ ਇੱਕਦਮ ਤੁਰਤ ਫੁਰਤ ਪਾਣੀ ਦੇ ਵਿੱਚ ਭੇ ਕੇ, ਪਾਣੀ ਵੀ ਸੀ ਅੰਦਰ, ਉਹਦੇ ਵਿੱਚ ਵੀ ਮਿੱਟੀ ਸੀ, ਉਹਦੇ ਨਾਲ ਗਿੱਲੀ ਮਿੱਟੀ ਦੇ ਨਾਲ ਉਹ ਖੱਡ ਦਾ ਜਿਹੜਾ ਮੂੰਹ ਸੀ ਉਹ ਸਿੰਘਾਂ ਨੇ ਬੰਦ ਕੀਤਾ। ਇਸ ਬਿਦ ਜਾਨ ਉਹਨੇ ਬਚ ਰਹੀ। ਕਹਿੰਦੇ ਜਦੋਂ ਗਿੱਲੀ ਮਿੱਟੀ ਦਾ ਮੂੰਹ ਨਾਲ ਬੰਦ ਕੀਤਾ, ਅੱਗ ਅੰਦਰ ਆਉਣੋਂ ਬੰਦ ਹੋ ਗਈ। ਔਖੇ ਤਾਂ ਹੋਏ ਸਿੰਘ, ਅੱਗ ਬੁਝ ਕੇ ਸ਼ਾਂਤ ਹੋ ਗਈ ਬਾਹਰ। ਸਿੰਘ ਵੀ ਅੰਦਰ ਕਹਿੰਦੇ ਇਸ ਤਰ੍ਹਾਂ ਉਹਨਾਂ ਦੀ ਜਾਨ ਮਹਾਰਾਜ ਜੀ ਨੇ ਬਚਾ ਲਈ, ਕਿਉਂਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਬਲੀ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਜੇ ਉਹਨੂੰ ਚੰਗਾ ਲੱਗ ਜੇ ਤੇ ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ।
ਤੋ ਸਤਿਗੁਰੂ ਜੀ ਨੇ ਤਿੰਨੇ ਸਿੰਘ ਬਚਾ ਲਏ। ਮਹਾਰਾਜ ਜੀ ਨੇ ਇਹੋ ਜੀ ਕਲਾ ਸਤਿਗੁਰਾਂ ਦੀ ਵਰਤੀ। ਤੋਲੋ ਆਨ ਰਾਤ ਪੀ ਭਈ, ਇੰਨੇ ਨੂੰ ਰਾਤ ਆਣ ਪਈ। ਲੋਕਨ ਉਹਨੇ ਦਿਓ ਡਰਾਵੇ। ਉਧਰ ਜਿਹੜੇ ਤੁਰਕ ਖੜੇ ਸੀ ਅੱਗ ਲਾ ਕੇ, ਹਾਲੇ ਉੱਥੇ ਹੀ ਖੜੇ ਸੀ ਜਿਹੜੇ ਜ਼ਿਮੀਂਦਾਰ ਵੀਰ ਸਨ, ਲੋਕ ਸਨ ਆਲੇ ਦੁਆਲੇ, ਉਹਨਾਂ ਨੇ ਆ ਕੇ ਤੁਰਕਾਂ ਨੂੰ ਡਰਾਵਾ ਦਿੱਤਾ, ਉਹਨਾਂ ਨੂੰ ਡਰਾਇਆ। ਰਾਤ ਪਰੇ ਮਾਰੇ ਸਿੰਘ ਆਏ, ਕਹਿੰਦੇ ਫੌਜਦਾਰ ਜੀ ਸਾਡੀ ਮੰਨੋ ਤੇ ਜਿੱਧਰੋਂ ਆਇਓ ਹੁਣ ਉਧਰ ਹੀ ਚਲੇ ਜੋ, ਹਨੇਰਾ ਪੈ ਗਿਆ, ਤੁਹਾਡੇ ਲਈ ਹਨੇਰਾ ਪੈ ਗਿਆ, ਪਰ ਸਿੰਘਾਂ ਵਾਸਤੇ ਹੁਣ ਸੂਰਜ ਚੜ੍ਹ ਜਾਣਾ, ਉਹਨਾਂ ਲਈ ਚਾਨਣਾ ਹੋ ਜਾਣਾ, ਤੇ ਤੁਹਾਡੇ ਵਿੱਚੋਂ ਕਿਸੇ ਨੇ ਲੱਭਣਾ ਨਹੀਂ ਇੱਥੇ ਸਵੇਰ ਤਾਈਂ। ਇਸ ਕਰਕੇ ਚਲੇ ਜਾਓ, ਕਿਉਂਕਿ ਰਾਤ ਦੇ ਸਮੇਂ ਜੇ ਸਿੰਘ ਆ ਕੇ ਪੈ ਗਏ ਤੇ ਤੁਹਾਡੇ ਚੋਂ ਕਿਸੇ ਨੇ ਨਹੀਂ ਬਚਣਾ। ਇਤ ਡਰ ਛਾੜ ਉਨੇ ਹੋ ਗਏ, ਏਦਾਂ ਡਰ ਕੇ ਉਹ ਜਿੰਨੇ ਤੁਰਕ ਸੀ ਉੱਥੋਂ ਉਹਨਾਂ ਨੇ ਘੋੜੇ ਦੌੜਾਏ ਤੇ ਚਲੇ ਗਏ। ਲੋਕ ਚੁਫੇਰਿਓ ਆਵਤ ਪਏ, ਇਹਨਾਂ ਨੂੰ ਲੋਕ ਆਏ ਚੁਫੇਰਿਓ ਪਿੰਡਾਂ ਦੇ ਵਿੱਚੋਂ। ਬੁਝਾਏ ਆਗ ਤੇ ਲਏ ਨਿਕਾਰ, ਉਹਨਾਂ ਨੇ ਛੇਤੀ ਨਾਲ ਅੱਗ ਬੁਝਾਈ, ਅੱਗ ਬੁਝਾ ਕੇ ਫਿਰ ਛੇਤੀ ਨਾਲ ਉਹ ਕਰਕੇ ਮਲਬਾ ਪਾਸੇ, ਫਿਰ ਸਿੰਘਾਂ ਨੂੰ ਵਿੱਚੋਂ ਬਾਹਰ ਕੱਢਿਆ ਤਿੰਨਾਂ ਨੂੰ। ਰਾਤ ਦੇ ਹਨੇਰੇ ਵਿੱਚ ਪਿੰਡਾਂ ਵਾਲਿਆਂ ਨੇ ਮਦਦ ਕੀਤੀ, ਫਿਰ ਉਹਨਾਂ ਤਿੰਨਾਂ ਸਿੰਘਾਂ ਨੂੰ ਬਾਹਰ ਕੱਢ ਕੇ ਲਿਆਂਦਾ। ਐਸ ਬਿਤੀ ਉਨ ਸਿੰਘਨ ਨਾਰ, ਏਦਾਂ ਉਹਨਾਂ ਤਿੰਨਾਂ ਸਿੰਘਾਂ ਦੇ ਨਾਲ ਇਹ ਬਤੀਤ ਹੋਈ। ਭਾਈ ਲੱਦਾ ਸਿੰਘ ਹੋਣਾ ਨਾਲ, ਭਾਈ ਸੁਲੱਖਣ ਸਿੰਘ ਹੋਣਾ ਨਾਲ ਇਸ ਤਰ੍ਹਾਂ ਕਹਿੰਦੇ ਬਤੀਤ ਹੋਈ। ਭਾਈ ਰਾਮ ਸਿੰਘ ਜੀ ਲੰਬਿਆਂ ਵਾਲੇ, ਇਹ ਤਿੰਨੇ ਸਿੰਘਾਂ ਦੇ ਨਾਲ ਇਹ ਬੀਤੀ। ਜਿਨ ਸਿਰ ਬੀਤੀ 300 ਹਮ ਸੁਨੀ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹਵਾ 'ਚ ਨਹੀਂ ਲਿਖੀ ਇਹ ਗੱਲ, ਜਿਨ੍ਹਾਂ ਦੇ ਨਾਲ ਹੱਡ ਬੀਤੀ ਮੈਂ ਉਹਨਾਂ ਕੋਲੋਂ ਸੁਣੀ, ਆਪਣੇ ਤਾਏ ਭਾਈ ਲੱਦਾ ਸਿੰਘ ਭੰਗੂ ਕੋਲੋਂ, ਜਿਹੜਾ ਉਸ ਖੱਡ ਦੇ ਵਿੱਚ ਸੀ ਉਸ ਵੇਲੇ। ਕਹਿੰਦੇ ਜਿਨ੍ਹਾਂ ਦੇ ਸਿਰ ਤੇ ਬੀਤੀ ਮੈਂ ਉਹਨਾਂ ਕੋਲੋਂ ਸੁਣੀ ਹੈ ਸਾਰੀ ਕਥਾ। ਭਾਈ ਲੱਦਾ ਸਿੰਘ ਹੋਣੀ ਬਾਅਦ ਵਿੱਚ ਵੀ ਰਹੇ, ਭਾਈ ਰਤਨ ਸਿੰਘ ਦੇ ਜਨਮ ਸਮੇਂ ਵੀ ਉਹਨਾਂ ਆਪਣੀ ਹੱਡ ਬੀਤੀ ਭਾਈ ਰਤਨ ਸਿੰਘ ਹੋਣਾ ਨੂੰ ਸੁਣਾਈ। ਜਿਨ੍ਹਾਂ ਸਿਰ ਬੀਤੀ ਹੈ ਕਹਿੰਦੇ ਉਹਨਾਂ ਦੇ ਕੋਲੋਂ ਮੈਂ ਸੁਣ ਕੇ ਲਿਖ ਦਿੱਤੀ ਹੈ। ਰਤਨ ਸਿੰਘ ਸੋ ਲਿਖ ਦਈ ਗੁਨੀ, ਕਹਿੰਦੇ ਮੈਂ ਲਿਖ ਦਿੱਤੀ ਹੈ, ਗੁਣਕਾਰੀ ਕਥਾ ਹੈ, ਇਹ ਸ਼ਹੀਦਾਂ ਦੀ ਕਥਾ ਹੈ, ਇਹ ਯੋਧਿਆਂ ਦੀ ਕਥਾ ਹੈ। ਦੋਹਰਾ ਐਸੋ ਐਸੋ ਦੁੱਖ ਸਹੇ ਤੋ ਛੱਡੇ ਸੁਦਾਈਏ ਨਾਏ। ਕਹਿੰਦੇ ਇਹੋ ਇਹੋ ਜੇ ਦੁੱਖ ਦਿੱਤੇ ਖਾਲਸੇ ਨੂੰ, ਇਹੋ ਜੀਆਂ ਤਕਲੀਫਾਂ, ਕਹਿੰਦੇ ਤਾਂ ਇੱਕ ਖੱਡ ਦੀ ਬਾਤ ਹੈ, ਏਦਾਂ ਪਤਾ ਨਹੀਂ ਕਿੰਨੀ ਕੁ ਵਾਰ ਸਿੰਘਾਂ ਨਾਲ ਹੋਈ। ਇੰਨੇ ਦੁੱਖ ਦਿੱਤੇ ਸਿੰਘਾਂ ਨੂੰ, ਪਰ ਸਿੰਘਾਂ ਨੇ ਆਪਣਾ ਦਾਵਾ ਨਹੀਂ ਛੱਡਿਆ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਇਹ ਦਾਵਾ ਨਹੀਂ ਸਿੰਘਾਂ ਨੇ, ਇਸੇ ਦਾਅਵੇ ਕਰਕੇ ਤਾਂ ਦੁੱਖ ਦਿੰਦੇ ਸੀ। ਉਹ ਉਦਾਂ ਕਿਹੜਾ ਸਿੰਘ ਚੁੱਭਦੇ ਸੀ ਉਹਨਾਂ ਨੂੰ, ਰਹਿੰਦੀ ਦੁਨੀਆ ਹੋਰ ਰਹਿੰਦੀ ਸੀ, ਇਹ ਵੀ ਰਹੀ ਜਾਂਦੇ। ਸਿੰਘ ਦਾਵਾ ਕਰਦੇ ਸੀ ਅਸੀਂ ਰਾਜ ਕਰਨਾ, ਅਸੀਂ ਮਲੇਛਾਂ ਦਾ ਰਾਜ ਸਮਾਪਤ ਕਰਨਾ, ਹਲੇਮੀ ਰਾਜ ਕਾਇਮ ਕਰਨਾ। ਇਹ ਦਾਵਾ ਸਿੰਘ ਨਹੀਂ ਛੱਡਦੇ, ਭਾਵੇਂ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਸਿੰਘਾਂ ਨੂੰ ਕਰਨਾ ਪਿਆ। ਖੱਤਰੀ ਤਰਖਾਣ ਕਲਾਲ ਜੱਟ ਮਿਲੀ ਪਾਤਸ਼ਾਹੀ ਤਾਏ, ਜਿਨ੍ਹਾਂ ਨੂੰ ਲੋਕ ਨੀਵੀਆਂ ਬਰਾਦਰੀਆਂ ਦੇ ਕਹਿੰਦੇ ਸੀ, ਕਲਾਲ, ਤਰਖਾਣ, ਖੱਤਰੀ, ਜੱਟ, ਨਾਈ, ਛੀਂਬੇ, ਕਹਿੰਦੇ ਇਹਨਾਂ ਸਾਰਿਆਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹੀਆਂ ਦਿੱਤੀਆਂ ਹਨ। ਜਿਨ੍ਹਾਂ ਨੂੰ ਇਹ ਨੀਵੇਂ ਕਹਿੰਦੇ ਸੀ, ਏਦਾਂ ਮਿਲੀ ਆ ਪਾਤਸ਼ਾਹੀ। ਕੈਪਟਨ ਮਰੇ ਦੱਸ ਰਹੇ ਨੇ ਰਤਨ ਸਿੰਘ, ਆ ਏਦਾਂ ਲਈ ਆ ਪਾਤਸ਼ਾਹੀ ਖਾਲਸੇ ਨੇ। ਉਹ ਤੈਨੂੰ ਕਹਿੰਦਾ ਨਾ ਦਿੱਲੀ ਦਾ ਬਾਦਸ਼ਾਹ, ਅਸੀਂ ਦੇ ਦਿੱਤਾ ਇਹਨਾਂ ਨੂੰ, ਰਾਜ ਛੱਡ ਦਿੱਤਾ, ਸਾਡੀ ਬਾਗੀ ਰਈਅਤ ਹੈ, ਆਕੀ ਰਈਅਤ ਹੈ। ਅਸੀਂ ਆਖਿਆ ਚਲੋ ਇੰਨਾ ਖਿੱਤਾ ਲੈ ਕੇ ਬਹਿ ਜਾਣ, ਇਹਨਾਂ ਦਾ ਦਿੱਤਾ ਨਹੀਂ, ਏਦਾਂ ਲਈ ਆ ਪਾਤਸ਼ਾਹੀ। ਕਿਉਂਕਿ ਕਥਾ ਦੀ ਆਰੰਭਤਾ ਹੀ ਇੱਥੋਂ ਹੋਈ ਹੈ। ਸਿੰਘਨ ਪਾਇਓ ਰਾਜ ਕਿਮ ਔਰ ਕਿਨ ਦੀਨੀ ਪਾਤਸ਼ਾਹੀ, ਕਿ ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਤੇ ਇਹਨਾਂ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਹੈ। ਤੇ ਭਾਈ ਰਤਨ ਸਿੰਘ ਕਹਿੰਦੇ ਸਾਚੇ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ, ਕਲਗੀਧਰ ਨੇ ਪਾਤਸ਼ਾਹੀ ਦਿੱਤੀ ਹੈ, ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਦਿੱਤੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਾਤਸ਼ਾਹੀ ਦਿੱਤੀ ਹੈ।
ਇਦਾਂ ਸਾਨੂੰ ਰਾਜ ਪ੍ਰਾਪਤ ਹੋਇਆ, ਇਦਾਂ ਇਹ ਰਾਜੇ ਬਣੇ ਹਨ। ਦੋਹਰਾ ਸੁਬੇਗ ਸਿੰਘ ਜੰਬਰ ਪਇਓ, ਸਿੱਖੀ ਮਦ ਮਜ਼ਬੂਤ। ਕਹਿੰਦੇ ਜੰਬਰ ਪਿੰਡ ਆ ਲਾਹੌਰ ਦੇ ਲਾਗੇ, ਉੱਥੋਂ ਦੇ ਰਹਿਣ ਵਾਲੇ ਹੋਏ ਨੇ ਭਾਈ ਸਾਹਿਬ ਭਾਈ ਸੁਬੇਗ ਸਿੰਘ। ਇਹ ਸਿੱਖੀ ਵਿੱਚ ਬੜੇ ਪਰਪੱਕ ਹੋਏ। ਹੁਣ ਸ਼ਹੀਦੀ ਚੱਲੇਗੀ ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਸ਼ਹਬਾਜ਼ ਸਿੰਘ ਦੀ। ਸੁਬੇਗ ਸਿੰਘ ਨੂੰ ਖਾਲਸਾ ਵਕੀਲ ਕਹਿੰਦਾ ਸੀ, ਇਹ ਖਾਲਸੇ ਦੀ ਵਕਾਲਤ ਕਰਦਾ ਸੀ, ਇਸ ਕਰਕੇ ਉਹਨੂੰ ਵਕੀਲ ਕਹਿੰਦੇ ਸੀ ਸਿੰਘ ਸੁਬੇਗ ਸਿੰਘ ਨੂੰ। ਇਹ ਠੇਕੇਦਾਰ ਸੀ ਲਾਹੌਰ ਦਾ ਭਾਈ ਸੁਬੇਗ ਸਿੰਘ ਜੀ। ਜ਼ਮੀਨਾਂ ਠੇਕੇ ਤੇ ਲੈਂਦੇ, ਸਰਕਾਰੀ ਠੇਕੇ ਲੈਂਦੇ ਸਨ। ਤੋ ਜ਼ਕਰੀਏ ਦੇ ਨਾਲ ਖਾਨ ਬਹਾਦਰ ਨਾਲ ਇਹਨਾਂ ਦਾ ਸਨੇਹ ਸੀ। ਤੋ ਜ਼ਕਰੀਆ ਉਹਨੇ ਇਹਨਾਂ ਨੂੰ ਕੋਤਵਾਲ ਵੀ ਬਣਾਇਆ, ਥਾਣੇਦਾਰ ਵੀ ਬਣਾਇਆ ਸੀ ਲਾਹੌਰ ਦਾ ਕੁਝ ਸਮਾਂ। ਉਦੋਂ ਬੜੇ ਚੰਗੇ ਚੰਗੇ ਫੈਸਲੇ ਭਾਈ ਸੁਬੇਗ ਸਿੰਘ ਹੋਣਾ ਨੇ ਕੀਤੇ। ਜ਼ਕਰੀਏ ਨੇ ਬਾਦਸ਼ਾਹ ਕੋਲੋਂ, ਦਿੱਲੀ ਦੇ ਕੋਲੋਂ ਪ੍ਰਵਾਨਗੀ ਲੈ ਕੇ 1 ਲੱਖ ਰੁਪਏ ਦੀ ਜਗੀਰ ਤੇ ਨਵਾਬੀ ਦੀ ਖਿਲਤ ਦੇ ਕੇ ਭਾਈ ਸੁਬੇਗ ਸਿੰਘ ਨੂੰ ਹੀ ਖਾਲਸੇ ਕੋਲ ਭੇਜਿਆ ਸੀ। ਤੋ ਖਾਲਸੇ ਵੱਲੋਂ ਵੀ ਇਹ ਉੱਥੇ ਪੈਰਵਾਈ ਕਰਦੇ ਸੀ ਤੇ ਤੁਰਕਾਂ ਦੇ ਕੋਲ ਉੱਥੇ ਕੋਤਵਾਲੀ ਵੀ ਕਰਦੇ ਸੀ। ਅੱਜ ਦੇ ਸਿੱਖ ਹੁੰਦੇ ਤੇ ਉਹਨਾਂ ਨੇ ਕਹਿਣਾ ਸੀ ਇਹ ਤਾਂ ਗਦਾਰ ਹੈ, ਵੇਖੋ ਜੀ ਤੁਰਕਾਂ ਕੋਲ ਨੌਕਰੀ ਕਰਦਾ। ਅੱਜ ਦਿਆਂ ਨੇ ਇਹੀ ਕਹਿਣਾ ਸੀ, ਕਿਉਂਕਿ ਬਾਬੇ ਵਿਨੋਦ ਸਿੰਘ ਦੇ ਪੁੱਤਰ ਭਾਈ ਕਾਹਨ ਸਿੰਘ ਜੀ ਹੋਏ, ਉਹ ਵੀ 500 ਸਿੰਘਾਂ ਸਮੇਤ ਨੌਕਰੀ ਕਰਦੇ ਰਹੇ ਲਾਹੌਰ। ਤੇ ਅੱਜ ਦੇ ਕਈ ਜਿਹੜੇ ਨਵੇਂ ਵਿਦਵਾਨ ਨੇ ਉਹ ਭਾਈ ਕਾਹਨ ਸਿੰਘ ਨੂੰ ਤੇ ਵਿਨੋਦ ਸਿੰਘ ਹੋਣਾ ਬਾਰੇ ਅਪਸ਼ਬਦ ਵਰਤਦੇ। ਕਾਹਨ ਸਿੰਘ ਨੂੰ ਕਹਿੰਦੇ ਗਦਾਰ ਸੀ ਉਹ, ਆਖੇ ਜੋ ਤੁਰਕਾਂ ਕੋਲ ਨੌਕਰੀ ਕਰਦਾ ਸੀ। ਹੁਣ ਸੁਬੇਗ ਸਿੰਘ ਵੀ ਤੁਰਕਾਂ ਦੇ ਕੋਲ ਨੌਕਰੀ ਕਰਦੇ ਆ ਤੇ ਇਹਨਾਂ ਦੀ ਦ੍ਰਿਸ਼ਟੀ ਵਿੱਚ ਤਾਂ ਫਿਰ ਉਹ ਵੀ ਗਦਾਰ ਹੀ ਹੋਏ। ਐਸਾ ਨਹੀਂ ਸੀ, ਸਰਕਾਰੀ ਦਰਬਾਰੇ ਵੀ ਸਿੰਘ ਨੌਕਰੀਆਂ ਚਾਕਰੀਆਂ ਕਰ ਲੈਂਦੇ, ਪਰ ਹਮਾਇਤ ਸਿੰਘਾਂ ਵਾਲੇ ਪਾਸੇ ਵੀ ਰੱਖਦੇ ਸੀ। ਜਦੋਂ ਕਿਤੇ ਆਪਸ ਵਿੱਚ ਜੋੜਨ ਦੀ ਗੱਲ ਆਉਂਦੀ ਸੀ ਤੇ ਫਿਰ ਇਦਾਂ ਦੇ ਸਿੰਘ ਵਕੀਲ ਬਣਦੇ ਸੀ, ਭਾਈ ਸੁਬੇਗ ਸਿੰਘ ਜੀ ਵਰਗੇ। ਤੋ ਭਾਈ ਸੁਬੇਗ ਸਿੰਘ ਜੀ ਅਰਬੀ ਤੇ ਫਾਰਸੀ ਦੇ ਬੜੇ ਮਾਰਤੰਡ ਵਿਦਵਾਨ ਸੀ, ਆਪ ਬੜੇ ਪੜ੍ਹੇ ਲਿਖੇ ਸੀ। ਇਸ ਕਰਕੇ ਲਾਹੌਰ ਦੇ ਵਿੱਚ ਇਹਨਾਂ ਦਾ ਚੰਗਾ ਮਾਣ ਸਤਿਕਾਰ ਵੀ ਸੀ। ਜਦੋਂ ਕੋਤਵਾਲ ਬਣੇ ਉਦੋਂ ਪਿੰਡਾਂ ਦੇ ਜਿਹੜੇ ਲਾਹੌਰ ਸ਼ਹਿਰ ਦੇ ਲੋਕ ਸੀ ਉਹਨਾਂ ਨਾਲ ਵੀ ਬੜਾ ਪ੍ਰੇਮ ਪੈ ਗਿਆ, ਕਿਉਂਕਿ ਫੈਸਲਾ ਸਹੀ ਕਰਦੇ ਸੀ, ਕਿਸੇ ਨਾਲ ਬੇਦਿਆਈ ਨਹੀਂ ਸੀ ਹੋਣ ਦਿੰਦੇ। ਭਾਈ ਸੁਬੇਗ ਸਿੰਘ ਜੀ ਜੋ ਸਿੱਖੀ ਦੇ ਵਿੱਚ ਵੀ ਮਜ਼ਬੂਤ ਸੀ। ਤੁਸੀਂ ਪਿੱਛੇ ਕਥਾ ਸੁਣੀ ਹੈ, ਜਦੋਂ ਨਵਾਬੀ ਦੀ ਪੱਗ ਲੈ ਕੇ ਆਏ ਸੀ ਦੀਵਾਨ ਦਰਬਾਰਾ ਸਿੰਘ ਜੀ, ਪੰਥ ਦੇ ਦੂਜੇ ਜਥੇਦਾਰ ਸਨ, ਉਹਨਾਂ ਦੀ ਸ਼ਰਨ ਚ ਆਏ ਸੀ। ਉਸ ਵੇਲੇ ਕਿਤਨੀ ਭਾਵਨਾ ਨਾਲ ਆਏ ਸੁਬੇਗ ਸਿੰਘ, ਦੂਰੋਂ ਹੀ ਮੱਥਾ ਟੇਕਦੇ ਆਏ ਪੰਥ ਨੂੰ, ਤੇ ਸਿੱਖੀ ਵਿੱਚ ਬੜੇ ਪਰਪੱਕ ਸੀ, ਤਦੇ ਤੇ ਸ਼ਹੀਦੀ ਪਾਈ ਹੈ। ਭਾਈ ਸੁਬੇਗ ਸਿੰਘ ਜੀ ਇਹੋ ਜਿਹੇ ਯੋਧੇ ਜੋ ਗੁਰੂ ਕੀ ਸਿੱਖੀ 'ਚ ਬੜੇ ਪਰਪੱਕ ਹਨ। ਵੈਪੀ ਸਤਿਗੁਰ ਸਿੱਖ ਹੋਤੋ, ਜਿਸ ਕੋ ਥੋ ਤੈ ਪੂਤ। ਸੁਬੇਗ ਸਿੰਘ ਜਿਸ ਦਾ ਪੁੱਤਰ ਸੀ, ਇਹਦਾ ਪਿਤਾ ਵੀ ਕਹਿੰਦੇ ਸਿੱਖ ਸੀ, ਆਪ ਵੀ ਸਿੱਖ। ਇਹ ਸਿੱਖੀ ਇਹਨਾਂ ਨੂੰ ਪੁਸ਼ਤੈਨੀ ਮਿਲੀ ਹੋਈ ਸੀ। ਸੁਬੇਗ ਸਿੰਘ ਦੇ ਪਿਤਾ ਜੀ ਹੋਣੇ ਵੀ ਗੁਰੂ ਘਰ ਦੇ ਸਿੱਖ ਸੀ। ਅੱਗੋਂ ਸੁਬੇਗ ਸਿੰਘ ਦਾ ਪੁੱਤਰ ਵੀ ਸਿੱਖੀ ਵਿੱਚ ਪਰਪੱਕ ਹੈ। ਚੌਪਈ ਬਾਲ ਅਵਸਥਾ ਸੁਤ ਫਾਰਸੀ ਪੜਾਇਓ। ਸ਼ਹਬਾਜ਼ ਸਿੰਘ ਜਦੋਂ ਛੋਟਾ ਸੀ, ਸੁਬੇਗ ਸਿੰਘ ਨੇ ਸ਼ਹਬਾਜ਼ ਸਿੰਘ ਨੂੰ ਫਾਰਸੀ ਪੜ੍ਹਨ ਪਾਇਆ ਇੱਕ ਮਕਤਬ ਵਿੱਚ, ਮੁਸਲਮਾਨਾਂ ਦੇ ਮਕਤਬ 'ਚ, ਕਿ ਬੇਟਾ ਫਾਰਸੀ ਪੜ੍ਹ ਜਾਏਗਾ। ਆਪ ਵੀ ਇਹ ਫਾਰਸੀ ਦੇ ਵਿਦਵਾਨ ਸੀ। ਤੋ ਸਰਕਾਰੀ ਦਰਬਾਰੇ ਕਿਤੇ ਚੰਗੀ ਜੋ ਮੈਂ ਕਿਰਤ ਕਰਦਾ ਇਹ ਵੀ ਅੱਗੇ ਕਰੀ ਜਾਏਗਾ। ਸ਼ਹਬਾਜ਼ ਸਿੰਘ ਜੀ ਇੱਕ ਮਕਤਬ ਦੇ ਵਿੱਚ ਮੁਸਲਮਾਨ ਕਾਜੀ ਦੇ ਕੋਲ, ਮੌਲਵੀ ਦੇ ਕੋਲ ਪੜ੍ਹਨ ਲੱਗ ਪਏ। ਉੱਥੇ ਹੋਰ ਮੁਸਲਮਾਨਾਂ ਦੇ ਬੱਚੇ ਵੀ ਫਾਰਸੀ ਪੜ੍ਹਦੇ ਸੀ। ਸ਼ਹਬਾਜ਼ ਸਿੰਘ ਇੰਨਾ ਤੀਕਸ਼ਣ ਬੁੱਧੀ ਦਾ ਸੀ ਕਿ ਉਹ ਸਾਰੇ ਬੱਚਿਆਂ ਦੇ ਵਿੱਚ ਇੱਕਦਮ ਨਿਪੁੰਨ ਫਾਰਸੀ ਵਿੱਚ। ਜਿਹੜਾ ਮੌਲਵੀ ਸੀ ਉਹਨੇ ਵੇਖਿਆ, ਜਦੋਂ ਸ਼ਹਬਾਜ਼ ਸਿੰਘ 17-18 ਸਾਲਾਂ ਦਾ ਹੋ ਗਿਆ, ਪੜ੍ਹਦਿਆਂ ਉੱਥੇ ਬੜੀ ਤਾਲੀਮ ਹਾਸਲ ਕਰ ਲਈ, ਬਹੁਤ ਵਿੱਦਿਆ ਹਾਸਲ ਕਰ ਲਈ। ਮੌਲਵੀ ਦੇ ਮਨ 'ਚ ਆਇਆ ਵੀ ਐਡਾ ਵੱਡਾ ਵਿਦਵਾਨ ਹੈ ਤੇ ਮੈਂ ਆਪਣੀ ਲੜਕੀ ਇਹਨੂੰ ਵਿਆਹ ਦਿਆਂ, ਪਰ ਉਹਦੇ ਤੋਂ ਪਹਿਲਾਂ ਇਹਨੂੰ ਮੁਸਲਮਾਨ ਬਣਾ ਲਈਏ।
ਇਹ ਮੁਸਲਮਾਨ ਬਣ ਜਾਏਗਾ, ਲੜਕੀ ਵਿਆਹ ਕੇ ਇਹਨੂੰ ਆਪਣਾ ਜਵਾਈ ਬਣਾ ਲਵਾਂ। ਉਹਨੇ ਸ਼ਹਬਾਜ਼ ਸਿੰਘ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਇਸਲਾਮ, ਕਿਉਂਕਿ ਇਸਲਾਮੀ ਸਕੂਲ 'ਚ ਪੜ੍ਹਦਾ ਸੀ। ਉਹਨੇ ਇਸਲਾਮ ਦੀ ਉਪਮਾ ਕਰਨੀ, ਇਸਲਾਮ ਦੀ ਸੋਭਾ ਕਰਨੀ ਤੇ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਮਾੜੇ ਭੈੜੇ ਸ਼ਬਦ ਕਹਿਣੇ। ਸ਼ਹਬਾਜ਼ ਸਿੰਘ ਨੇ ਆ ਕੇ ਆਪਣੇ ਪਿਤਾ ਨੂੰ ਦੱਸਣਾ ਵੀ ਇਦਾਂ ਮੌਲਵੀ ਇਹ ਗੱਲਾਂ ਕਰਦਾ ਹੈ। ਪਰ ਘਰ ਵਿੱਚੋਂ ਸਿੱਖੀ ਦੀ ਗੁੜਤੀ ਮਿਲੀ ਸੀ। ਸੁਬੇਗ ਸਿੰਘ ਦੇ ਚੰਡੇ ਹੋਏ ਸੀ ਸਿੱਖੀ ਵਿੱਚ, ਪੁੱਤਰ ਸ਼ਹਬਾਜ਼ ਸਿੰਘ ਜੀ। ਜਦੋਂ ਮੌਲਵੀ ਕਿਤੇ ਕੋਈ ਦਲੀਲ ਦਿੰਦਾ ਤੇ ਇਹ ਗੁਰੂ ਕੀ ਸਿੱਖੀ ਦੀ ਵਡਿਆਈ ਕਰਦੇ ਭਾਈ ਸ਼ਹਬਾਜ਼ ਸਿੰਘ। ਗੁਰੂ ਨਾਨਕ ਦੀ ਸਿੱਖੀ ਦੇ ਤੁੱਲ ਕੁਝ ਨਹੀਂ, ਗੁਰੂ ਕਲਗੀਧਰ ਦਾ ਪੰਥ ਸ਼੍ਰੋਮਣੀ। ਉਹ ਮੁਸਲਮਾਨਾਂ ਦੀ ਉਪਮਾ ਕਰਿਆ ਕਰੇ, ਭਾਈ ਸ਼ਹਬਾਜ਼ ਸਿੰਘ ਜੀ ਖਾਲਸੇ ਦੀ ਉਪਮਾ ਕਰਿਆ ਕਰਨ। ਹੁਣ ਭਾਵੇਂ ਮਕਤਬ ਵਿੱਚ ਮੁਸਲਮਾਨੀ ਮਾਹੌਲ ਸੀ, ਉੱਥੇ ਪੜ੍ਹਾਈ ਵਾਲਾ ਮੁਸਲਮਾਨੀ ਮਾਹੌਲ ਸੀ, ਪੜ੍ਹਾਇਆ ਵੀ ਉਹਨਾਂ ਦੀਆਂ ਕਿਤਾਬਾਂ 'ਚੋਂ ਜਾਂਦਾ ਸੀ, ਪਰ ਘਰੋਂ ਸਿੱਖੀ ਮਿਲੀ ਹੋਈ ਸੀ। ਇਸ ਕਰਕੇ ਉਹਨਾਂ ਦੇ ਇਸਲਾਮੀ ਤੌਰ ਤਰੀਕੇ ਦਾ ਕੋਈ ਪ੍ਰਭਾਵ ਸ਼ਹਬਾਜ਼ ਸਿੰਘ ਤੇ ਨਹੀਂ ਪੈ ਸਕਿਆ। ਤਾਂ ਉਸ ਵਕਤ ਉਸ ਮੌਲਵੀ ਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ ਵੀ ਇਹ ਆਉਂਦਾ ਹੀ ਨਹੀਂ ਕਾਬੂ। ਉਹਨੇ ਜ਼ਕਰੀਏ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸ਼ਹਬਾਜ਼ ਸਿੰਘ ਦੀ, ਝੂਠੀ ਗੱਲ ਬਣਾ ਕੇ ਕਿ ਸੁਬੇਗ ਸਿੰਘ ਦਾ ਜਿਹੜਾ ਪੁੱਤਰ ਹੈ ਸ਼ਹਬਾਜ਼ ਸਿੰਘ, ਉਹ ਸਾਡੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ, ਜਿਹੜੇ ਸਾਡੇ ਹੋਰ ਵਲੀ ਔਲੀਏ ਨੇ, ਉਹਨਾਂ ਵਾਸਤੇ ਮਾੜੇ ਸ਼ਬਦ ਵਰਤਦਾ, ਉਹਨਾਂ ਨੂੰ ਗਾਲਾਂ ਕੱਢਦਾ। ਜ਼ਕਰੀਏ ਨੇ ਸੁਣ ਕੇ ਉਹਨੇ ਕੋਈ ਫੈਸਲਾ ਇੱਕ ਤਰਫਾ ਹੀ ਕਰਨ, ਮੌਲਵੀ ਦਾ ਕਹਿਣਾ ਹੀ ਸੁਣਨਾ ਸੀ। ਉਹਨੇ ਸ਼ਹਬਾਜ਼ ਸਿੰਘ ਤੇ ਸੁਬੇਗ ਸਿੰਘ, ਉਹਨਾਂ ਨੂੰ ਦੋਨਾਂ ਪਿਓ ਪੁੱਤਰਾਂ ਨੂੰ ਗ੍ਰਿਫਤਾਰ ਕਰ ਲਿਆ। ਭੁੱਲ ਗਿਆ ਕਿ ਸੁਬੇਗ ਸਿੰਘ ਨੇ ਮੇਰੇ ਤੇ ਕਿੰਨੇ ਅਹਿਸਾਨ ਕੀਤੇ ਨੇ। ਹਾਂਜੀ। ਫਿਰ ਮਦ ਕਚਹਿਰੀ ਉਸੇ ਰਹਾਇਓ, ਕਹਿੰਦੇ ਕਚਹਿਰੀ ਦੇ ਵਿੱਚ ਰੱਖਿਆ। ਵੈ ਹੁਤੋ ਮੁਲਕ ਕੋ ਕਰਤ ਅਜਾਰਾ, ਕਹਿੰਦੇ ਮੁਲਕ ਦੇ ਵਿੱਚ ਅਜਾਰ ਕਰਦੇ ਸਨ, ਯਾਨੀ ਕਿ ਭਾਈ ਸੁਬੇਗ ਸਿੰਘ ਜੀ ਉੱਥੇ ਹੀ ਲਾਹੌਰ ਦੇ ਵਿੱਚ ਅਜਾਰ ਦਾ ਮਤਲਬ ਆਪਣਾ ਕਾਰ ਵਿਹਾਰ ਕਰਦੇ ਸਨ, ਠੇਕਾ ਲੈਂਦੇ ਸਨ ਜ਼ਮੀਨਾਂ ਦਾ। ਰਹਿਤੀ ਤੇ ਲਾਹੌਰ ਮਝਾਰਾ, ਔਰ ਲਾਹੌਰ ਦੇ ਵਿੱਚ ਹੀ ਰਹਿੰਦੇ ਸੀ ਭਾਈ ਸੁਬੇਗ ਸਿੰਘ ਜੀ, ਉੱਥੇ ਹੀ ਆਪਣੇ ਪੁੱਤਰ ਨੂੰ ਪੜ੍ਹਾਉਂਦੇ ਸਨ। ਤੁਰਕ ਉਸੇ ਖਾਲਸੋਂ ਵੱਲ ਤੋਰੇ, ਔਰ ਜਦੋਂ ਕਿਤੇ ਖਾਲਸੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਸੀ, ਤੁਰਕ ਆਪਣਾ ਬੰਦਾ ਨਹੀਂ ਸੀ ਭੇਜਦੇ। ਉਹਨਾਂ ਨੂੰ ਪਤਾ ਸੀ ਵੀ ਸੁਬੇਗ ਸਿੰਘ ਨੂੰ ਭੇਜਾਂਗੇ, ਇਹਦੀ ਗੱਲ ਪੰਥ ਮੋੜਦਾ ਨਹੀਂ ਹੈ। ਇਸੇ ਤਰ੍ਹਾਂ ਸੁਬੇਗ ਸਿੰਘ ਤੋਂ ਬਾਅਦ ਦੀਵਾਨ ਕੌੜਾ ਮੱਲ ਜੀ ਹੋਏ ਨੇ ਮੀਰ ਮੰਨੂ ਦੇ ਵੇਲੇ। ਮੀਰ ਮੰਨੂ ਕਿੱਡਾ ਵਿਰੋਧੀ ਸੀ, ਦੀਵਾਨ ਕੌੜਾ ਮੱਲ ਜੀ ਉਹਦੇ ਕੋਲ ਨੌਕਰੀ ਕਰਦੇ ਸੀ ਤੇ ਖਾਲਸਾ ਇਹਨਾਂ ਨੂੰ ਦੀਵਾਨ ਕੌੜਾ ਮੱਲ ਨਹੀਂ ਮਿੱਠਾ ਮੱਲ ਕਹਿ ਕੇ ਸਤਿਕਾਰ ਦਿੰਦਾ ਸੀ। ਇੰਨਾ ਅਦਬ ਸੀ ਇਹਨਾਂ ਦਾ ਪੰਥ 'ਚ, ਭਾਈ ਸੁਬੇਗ ਸਿੰਘ ਹੋਣਾ ਦਾ, ਦੀਵਾਨ ਕੌੜਾ ਮੱਲ ਜੀ ਹੋਣਾ ਦਾ। ਤੋ ਜਦੋਂ ਕਿਤੇ ਤੁਰਕਾਂ ਨੂੰ ਲੋੜ ਪੈਂਦੀ ਸੀ ਤੇ ਤੁਰਕ ਭਾਈ ਸੁਬੇਗ ਸਿੰਘ ਨੂੰ ਭੇਜਿਆ ਕਰਦੇ ਸਨ। ਖਾਲਸਾ ਪੀ ਤਿਸ ਕੋ ਭਲ ਲੋਰੇ, ਤੇ ਖਾਲਸਾ ਵੀ ਭਾਈ ਸੁਬੇਗ ਸਿੰਘ ਦਾ ਭਲਾ ਮੰਗਦੇ ਸੀ। ਉਹਨਾਂ ਨੂੰ ਇਹ ਸੀ ਕਿ ਚਲੋ ਸਰਕਾਰੇ ਦਰਬਾਰੇ ਸਾਡੀ ਗੱਲਬਾਤ ਕਰਦਾ, ਸਾਡੀ ਪੈਰਵਾਈ ਵੀ ਕਰਦਾ। ਵਾਹ ਲੱਗਦਿਆਂ ਭਾਈ ਸੁਬੇਗ ਸਿੰਘ ਜੀ ਜਿੰਨੀ ਮਦਦ ਹੋ ਸਕਦੀ ਸੀ ਪੰਥ ਦੀ, ਉਹ ਕਰਿਆ ਕਰਦੇ ਸਨ। ਜਦੋਂ ਕਿਤੇ ਸਿੰਘ ਫੜੀਂਦੇ ਸਨ, ਕੋਤਵਾਲ ਸੀ ਉਦੋਂ, ਬਹੁਤ ਸਾਰੇ ਸਿੰਘਾਂ ਨੂੰ ਭਾਈ ਸੁਬੇਗ ਸਿੰਘ ਜੀ ਛੱਡ ਦਿਆ ਕਰਦੇ ਸੀ। ਇਸ ਕਰਕੇ ਪੰਥ ਨਾਲ ਬੜਾ ਪਿਆਰ, ਤੇ ਪੰਥ ਵੀ ਭਾਈ ਸੁਬੇਗ ਸਿੰਘ ਦਾ ਭਲਾ ਲੋੜਦਾ ਹੈ। ਕੋਈ ਤੁਰਕਨ ਪਰੇ ਜ਼ਰੂਰੀ ਕਾਮ, ਜੇ ਤੁਰਕਾਂ ਨੂੰ ਕੋਈ ਖਾਲਸੇ ਨਾਲ ਜ਼ਰੂਰੀ ਕੰਮ ਪੈਂਦਾ ਤੋਸ ਭੇਜੇ ਕਰ ਕਰ ਸਲਾਮ, ਤਾਂ ਉਸ ਵਕਤ ਭਾਈ ਸੁਬੇਗ ਸਿੰਘ ਨੂੰ ਸਲਾਮ ਕਰਕੇ ਭੇਜਦੇ ਕਿ ਤੁਸੀਂ ਜਾ ਕੇ ਖਾਲਸੇ ਕੋਲ ਸਾਡੀ ਸਲਾਮ ਕਰੋ। ਬਹੁਤ ਬਾਰ ਸਿੰਘਨ ਪੈ ਆਇਓ, ਏਦਾਂ ਭਾਈ ਸੁਬੇਗ ਸਿੰਘ ਜੀ ਕਈ ਵਾਰ ਤੁਰਕਾਂ ਵੱਲੋਂ ਖਾਲਸੇ ਕੋਲ ਆਉਂਦੇ ਸੀ ਗੱਲਬਾਤ ਕਰਨ ਲਈ। ਜਿਹੜੀਆਂ ਗੱਲਾਂ ਮੰਨਣ ਯੋਗ ਹੁੰਦੀਆਂ ਸੀ ਖਾਲਸਾ ਮੰਨਦਾ ਸੀ, ਜਿਹੜੀ ਗੱਲ ਤੁਰਕਾਂ ਦੀ ਨਾ ਮੰਨਣ ਯੋਗ ਹੁੰਦੀ ਸੀ ਨਾ ਵੀ ਕਰ ਦਿੰਦੇ ਸੀ। ਸੁਬੇਗ ਸਿੰਘ ਨੂੰ ਕਹਿ ਦਿੰਦੇ ਸੀ ਕਿ ਅਸੀਂ ਇਹ ਬਾਤ ਨਹੀਂ ਮੰਨਣੀ। ਇਸ ਤਰ੍ਹਾਂ ਕਈ ਵਾਰ ਭਾਈ ਸੁਬੇਗ ਸਿੰਘ ਜੀ ਵਿੱਚ ਵਿਚੋਲਗੀ ਦਾ ਕੰਮ ਕਰਦੇ ਸੀ ਖਾਲਸੇ ਤੇ ਸੂਬੇ ਲਾਹੌਰ ਦੇ ਵਿੱਚ। ਇਸੇ ਕਰਕੇ ਇਹਨਾਂ ਨੂੰ ਵਕੀਲ ਵੀ ਕਿਹਾ ਜਾਂਦਾ ਕਿ ਭਾਈ ਸੁਬੇਗ ਸਿੰਘ ਜੀ ਵਕੀਲ ਨੇ,
ਵਿੱਚ ਵਿਚੋਲਗੀ ਦਾ ਕੰਮ ਕਰਦੇ ਨੇ। ਸੋ ਸਿੰਘਨ ਕਮ ਨੇ ਚਹਿ ਗਵਾਇਓ। ਭਾਈ ਸੁਬੇਗ ਸਿੰਘ ਜੀ ਵੱਧ ਤੋਂ ਵੱਧ ਯਤਨ ਕਰਦੇ ਸੀ ਕਿ ਕਿਸੇ ਤਰੀਕੇ ਖਾਲਸੇ ਦਾ ਨੁਕਸਾਨ ਨਾ ਹੋਵੇ। ਜਦੋਂ ਨਵਾਬੀ ਦੀ ਪੱਗ ਵੀ ਆਈ ਉਦੋਂ ਦੀਵਾਨ ਦਰਬਾਰਾ ਸਿੰਘ ਜੀ ਕਹਿੰਦੇ ਅਸੀਂ ਕੀ ਕਰਨੀ ਹੈ, ਸਾਨੂੰ ਤਾਂ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਹੈ। ਤਾਂ ਭਾਈ ਸੁਬੇਗ ਸਿੰਘ ਜੀ ਨੇ ਆਖਿਆ ਮਹਾਰਾਜ ਤੁਸੀਂ ਨਹੀਂ ਲੈਣੀ, ਕਿਸੇ ਸੇਵਾਦਾਰ ਨੂੰ ਦੇ ਦਿਓ। ਗੱਲਬਾਤ ਹੋਈ ਕਿ ਜੇ ਤੁਸੀਂ ਕੁਝ ਸਮੇਂ ਸ਼ਾਂਤੀ ਨਾਲ ਬਹਿ ਜਾਓਗੇ, ਤੁਰਕ ਵੀ ਆਪਣੇ ਘਰ ਸ਼ਾਂਤ ਰਹਿਣਗੇ, ਸਿੰਘਾਂ ਤੋਂ ਉਹਨਾਂ ਦਾ ਧਿਆਨ ਪਾਸੇ ਰਹੇਗਾ, ਤੇ ਇਹ ਜਿਹੜਾ ਸਾਲ 2 ਸਾਲ ਦਾ ਸਮਾਂ ਸਿੰਘ ਆਪਣੀ ਚੜ੍ਹਦੀ ਕਲਾ ਵਾਸਤੇ ਬਤੀਤ ਕਰ ਸਕਦੇ ਆ, ਆਪਣੇ ਵਾਧਾ ਕਰ ਸਕਦੇ ਆ, ਗੁਰੂ ਧਾਮ ਬਣਾ ਸਕਦੇ ਆ। ਸੁਬੇਗ ਸਿੰਘ ਦੀ ਗੱਲ ਪੰਥ ਨੇ ਬੜੀ ਚੰਗੀ ਕਰਕੇ ਸਲਾਹੀ ਵੀ, ਇਹ ਤਾਂ ਬੜੀ ਵਧੀਆ ਸਲਾਹ ਦਿੱਤੀ ਹੈ। ਇਸ ਕਰਕੇ ਸੁਬੇਗ ਸਿੰਘ ਜੀ ਦੇ ਨਾਲ ਖਾਲਸੇ ਦਾ ਬਹੁਤ ਪ੍ਰੇਮ ਸੀ ਤੇ ਸੁਬੇਗ ਸਿੰਘ ਦਾ ਯਤਨ ਹੁੰਦਾ ਸੀ ਕਿ ਕਿਸੇ ਤਰੀਕੇ ਖਾਲਸੇ ਦਾ ਕੋਈ ਨੁਕਸਾਨ ਨਾ ਹੋਵੇ। ਇਹ ਬੜੀ ਸੁੰਦਰ ਨੀਤੀ ਹੈ ਕਿ ਜੇ ਤੁਹਾਡੇ ਵਿਰੋਧੀਆਂ ਦੀ ਸਰਕਾਰ ਦੇ ਵਿੱਚ ਤੁਹਾਡੇ ਆਪਣੇ ਬੰਦੇ ਚੁਣੇ ਹੋਏ ਜਾਂਦੇ ਆ ਤੇ ਜੋ ਤੁਹਾਡੀ ਗੱਲ ਨਹੀਂ ਕਰਦੇ ਤਾਂ ਇਹਦਾ ਮਤਲਬ ਹੈ ਵੀ ਉਹ ਕੇਵਲ ਡੰਗ ਟਪਾ ਰਹੇ ਨੇ ਵੀ ਚਲੋ ਸਾਡੀ ਜਿਹੜੀ ਇਹ ਕੁਝ ਸਮੇਂ ਦੀ ਰਾਜਨੀਤੀ ਹੈ ਇਹਨੂੰ ਚੰਗੇ ਤਰੀਕੇ ਨਾਲ ਬਤੀਤ ਕਰ ਲਈ। ਸੁਬੇਗ ਸਿੰਘ ਨੂੰ ਜੇ ਸ਼ਹੀਦੀ ਦੇਣੀ ਪਈ ਨਾ ਤਾਂ ਆਪਣੀ ਸ਼ਹੀਦੀ ਵੀ ਦੇ ਦਿੱਤੀ, ਪਰ ਜੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹ ਜਿੰਨਾ ਯਤਨ, ਹਾਲਾਂਕਿ ਕਿੰਨੀਆਂ ਕਰੂਰ ਸਰਕਾਰਾਂ ਸੀ ਉਸ ਵੇਲੇ, ਕੀ ਹਾਲ ਸੀ ਸਿੰਘਾਂ ਦਾ ਪਿੱਛੇ ਤੁਸੀਂ ਸੁਣੀ ਆਏ ਹੋ। ਸੁਬੇਗ ਸਿੰਘ ਦਾ ਫਿਰ ਵੀ ਇਹ ਯਤਨ ਹੁੰਦਾ ਸੀ ਕਿ ਸਿੰਘਾਂ ਦਾ ਨੁਕਸਾਨ ਨਾ ਹੋਵੇ, ਖਾਲਸੇ ਦਾ ਨੁਕਸਾਨ ਨਾ ਹੋਵੇ, ਪੰਥ ਦਾ ਨੁਕਸਾਨ ਨਾ ਹੋਵੇ। ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਥ ਹੈ। ਹਾਂਜੀ, ਕਿਤ ਘੂਰਨ ਕਿਤ ਮਤਲਬ ਗਰੀਬੀ। ਕਹਿੰਦੇ ਕਿਤੇ ਘੂਰਨ ਦੀ ਬਾਤ ਆ ਜਾਂਦੀ, ਕਿਤੇ ਗਰੀਬੀ ਦੀ ਬਾਤ ਆ ਜਾਂਦੀ। ਕਿਤ ਬਲ ਕਰ ਕਿਤ ਛਲ ਕਰ ਲੀਬੀ। ਜੇ ਕਿਤੇ ਛਲ ਕਰਨਾ ਪੈਂਦਾ ਸੁਬੇਗ ਸਿੰਘ ਜੀ ਛਲ ਵੀ ਕਰ ਲੈਂਦੇ ਤੁਰਕਾਂ ਨਾਲ। ਜੇ ਕਿਤੇ ਬਲ ਵਰਤਣਾ ਪੈਂਦਾ ਸੀ ਥੱਲੜੇ ਕਰਿੰਦਿਆਂ ਤੇ, ਉਹਨਾਂ ਤੇ ਬਲ ਵੀ ਵਰਤ ਲੈਂਦੇ ਸੀ। ਜੇ ਕਿਸੇ ਨੂੰ ਘੂਰ ਕੱਪ ਕਰਕੇ ਵੀ ਬਣਾਉਣਾ ਚਾਹੁੰਦੇ ਸੀ ਕੰਮ ਤਾਂ ਸੁਬੇਗ ਸਿੰਘ ਜੀ ਉਹ ਵੀ ਕਰ ਲੈਂਦੇ ਸਨ। ਸੋ ਸਭ ਦਏ ਖਾਲਸੇ ਭੇਤ। ਸੁਬੇਗ ਸਿੰਘ ਜੀ ਅੰਦਰ ਖਾਤੇ ਜੋ ਤੁਰਕ ਕਰਦੇ ਸੀ ਉਹਦਾ ਭੇਤ ਵੀ ਖਾਲਸੇ ਕੋਲ ਭੇਜਦੇ ਸੀ, ਉਹਦਾ ਭੇਤ ਵੀ ਖਾਲਸੇ ਤਾਈਂ ਪਹੁੰਚਦਾ ਕਰਦੇ ਸਨ। ਉਹ ਤੋਂ ਪੰਥ ਸੋ ਅਤ ਵੱਡ ਹੇਤ। ਇਸ ਕਰਕੇ ਪੰਥ ਦਾ ਬੜਾ ਪ੍ਰੇਮ ਸੀ ਸੁਬੇਗ ਸਿੰਘ ਨਾਲ। ਪੰਥ ਖਾਤਰ ਤਨ ਮਨ ਧਨ ਲਾਵੇ। ਸੁਬੇਗ ਸਿੰਘ ਜੀ ਗੁਰੂ ਕੇ ਪੰਥ ਵਾਸਤੇ ਆਪਣਾ ਤਨ, ਆਪਣਾ ਮਨ, ਆਪਣਾ ਧਨ ਵੀ ਲੇਖੇ ਲਾਉਂਦੇ। ਨੈ ਪੁੱਤਰ ਪੋਤਰੇ ਕੋ ਹੇਤ ਰਖਾਵੇ। ਆਪਣੇ ਪੁੱਤਰ ਪੋਤਰਿਆਂ ਦਾ ਕੋਈ ਹੇਤ ਨਹੀਂ ਸਨ ਰੱਖਦੇ। ਇਹੋ ਜੀ ਬਹਾਦਰੀ ਨਾਲ ਭਾਈ ਸੁਬੇਗ ਸਿੰਘ ਜੀ ਪੰਥ ਦੀ ਹਿਤੈਸ਼ੀ ਬਣ ਕੇ ਆਪਣੀ ਜੀਵਨ ਨਿਰਵਾਹ ਕਰਦੇ ਨੇ। ਜਿਵੇਂ ਦੋਨਾਂ ਪਿਓ ਪੁੱਤਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ ਕੱਲ 29 ਤਰੀਕ ਨੂੰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ, ਜਿਸ ਦਿਨ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਗੁਰੂ ਕਾਸ਼ੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ, ਬਾਬਾ ਦੀਪ ਸਿੰਘ ਜੀ ਨੂੰ ਨਾਲ ਸਹਾਇਕ ਲਾ ਕੇ, 9ਵੇਂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਹਾਰਾਜ ਜੀ ਦਾ ਸਰੂਪ ਸੰਪੂਰਨ ਕੀਤਾ। ਉਹ ਸੰਪੂਰਨਤਾ ਦਿਵਸ ਕੱਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਕੱਲ ਸਵੇਰੇ 9 ਵਜੇ ਅਮਰ ਸੰਚਾਰ ਹਾਲ ਦੇ ਵਿੱਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉਪਰੰਤ 11 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 9 ਵਜੇ ਭੋਗਾਂ ਦੇ ਵਿੱਚ ਤੇ ਗੁਰਮਤਿ ਸਮਾਗਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰੀ ਬੇਨਤੀ ਹੈ ਕਿ ਜੋ ਮਹੀਨਾਵਾਰੀ ਸਮਾਗਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕੀਤੇ ਜਾਂਦੇ ਹਨ, ਹਰ ਮਹੀਨੇ ਦੇ ਅਖੀਰਲੇ ਐਤਵਾਰ, ਕੱਲ੍ਹ ਉਹ ਸਮਾਗਮ ਦੁਪਹਿਰੇ 12 ਤੋਂ 4 ਵਜੇ ਤੱਕ ਜੋ ਬਾਹਰ ਦੀਵਾਨ ਹਾਲ ਹੈ
ਦੀਵਾਨ ਹਾਲ ਦੇ ਵਿੱਚ ਜਪਜੀ ਸਾਹਿਬ ਦੇ ਪਾਠ, ਚੌਪਈ ਸਾਹਿਬ ਦੇ ਪਾਠ, ਸੁਖਮਣੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਹੋਣਗੇ। ਆਪ ਜੀ ਨੇ ਇਹਨਾਂ ਦੋਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਹੈ ਪਰੰਪਰ ਹਰ ਹਰੇ ਹੈ ਪੀਓ ਅਣਿਹਾਰੇ ਹੈ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋਈ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਏਕ ਓੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਬਾਬਾ ਚੜ੍ਹਦੀ ਕਲਾ ਤੇਰੇ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ दंडोत बंधन अनुकबा सर्व कला समृद्ध डोलनते राखो प्रभु नानक दे कर हाथ फेरत फेरत प्रभ आया परया तो शरणाय नानक की प्रभ बेनती नानक की प्रभ बेनती प्रभ बेनती अपनी भगति लाए अपनी भगति लाए आनंद गुण निधान गुरु गुरु गरीब निवाज हमारे है कृपा की जय हमारे कृपा की हमारे कृपा की जय अलमकरंद चरण कमल से अलमकरंद चरण कमल से मान फेरी फेरी जय मान फेरी फेरी जय हमारे है कृपा की जय आन जलास्यों काज न कछुए आन जलास्यों काज न कछुए काज आन जलास्यों काज न कछुए काज न कछुए आन जलास्यों काज न कछुए आन जलास्यों काज न कछुए हर मूंद चात्रिक को दीजे
हर बूंद चात्रिक को दीजै। हमारे है कृपा कीजै। हमारे है कृपा कीजै। बिन मिलबे नाही संतोखा। बिन मिलबे नाही संतोखा। बिन मिलबे नाही संतोखा। देख दर्शन नानक जीजै। देख दर्शन नानक जीजै। हमारे है कृपा कीजै। हमारे है कृपा कीजै। अदम करंद चरण कमल स्यो। अदम करंद चरण कमल स्यो। मान फेर फेर रीजै। मान फेर फेर दीजै। हमारे कृपा कीजै। हमारे कृपा कीजै। बिन मिलबे नाही संतोखा। नाही संतोखा। नाही बिन मिलबे नाही। नाही नाही संतोखा। नाही नाही संतोखा। बिन मिलबे नाही संतोखा। बिन मिलबे नाही। बिन मिलबे नाही संतोखा। बिन मिलबे नाही। नाही नाही बिन मिलबे नाही संतोखा। बिन मिलबे नाही संतोखा। देख दर्शन नानक जीजै। देख दर्शन नानक जीजै। हमारे कृपा कीजै।